ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ। ਧੰਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰਦਰਸਾਰ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਾਝ ਮਹੱਲਾ ਤੀਜਾ। ਮਨਮੁਖ ਪੜ੍ਹੈ ਪੰਡਤ ਕਹਾਵਹਿ, ਦੂਜੈ ਭਾਏ ਮਹਾ ਦੁਖ ਪਾਵਹਿ। ਮਨਮੁਖ ਪੜ੍ਹੈ ਪੰਡਤ ਕਹਾਵਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਗੁਰੂ ਘਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਰਮ ਪਵਿੱਤਰ ਅੰਮ੍ਰਿਤਮਈ ਧੁਰ ਕੀ ਬਾਣੀ ਦੀ, ਅਕਾਲੀ ਬਾਣੀ ਦੀ ਲੜੀਵਾਰ ਜੋ ਕਥਾ ਵਿਚਾਰ ਆਰੰਭ ਹੈ, ਗੁਰੂ ਕਿਰਪਾ ਸਦਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 128 ਅੰਗ ਤੱਕ ਇਹ ਕਥਾ ਪਹੁੰਚੀ ਹੋਈ ਹੈ। ਮਾਝ ਰਾਗ ਵਿੱਚ ਜੋ ਅਸ਼ਟਪਦੀਆਂ ਹਨ, ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਦੀ ਪਹਿਲੀ ਅਸ਼ਟਪਦੀ ਹੈ ਔਰ ਉਸ ਤੋਂ ਅੱਗੇ 29 ਅਸ਼ਟਪਦੀਆਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਹੁਣ ਤੱਕ ਵਿਚਾਰੀਆਂ ਗਈਆਂ। ਕੁੱਲ 30 ਅਸ਼ਟਪਦੀਆਂ ਦੀ ਵਿਚਾਰ ਹੋ ਚੁੱਕੀ ਹੈ। ਉਸ ਤੋਂ ਅੱਗੇ ਜੋ ਸਤਿਗੁਰੂ ਉਪਦੇਸ਼ ਦੇ ਰਹੇ ਹਨ, ਗੁਰੂ ਕਿਰਪਾ ਸਦਕਾ ਵਿਚਾਰੀਏ ਅਤੇ ਸੁਣੀਏ। ਮਾਝ ਮਹੱਲਾ ਤੀਜਾ। ਮਾਝ ਰਾਗ ਅੰਦਰ ਗੁਰਦੇਵ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਦਾਤਾ ਜੀ ਬਚਨ ਫਰਮਾਉਂਦੇ ਨੇ, ਮਨਮੁਖ ਪੜ੍ਹੈ ਪੰਡਤ ਕਹਾਵਹਿ। ਜੋ ਧਾਰਮਿਕ ਗ੍ਰੰਥ ਹਨ, 4 ਵੇਦ, 18 ਪੁਰਾਣ, 6 ਸ਼ਾਸਤਰ, 27 ਸਿਮਰਤੀਆਂ ਜਾਂ ਸਾਮੀ ਪੁਸਤਕਾਂ ਹਨ, ਜਿੰਨੇ ਵੀ ਹੋਰ ਗ੍ਰੰਥ ਉਪਨਿਸ਼ਦ ਆਦਿਕ, ਵਿਆਕਰਣ ਦੇ ਆਦਿਕ ਸਾਰੇ ਉਹ ਲੋਕ ਪੜ੍ਹਦੇ ਨੇ। ਔਰ ਸਤਿਗੁਰੂ ਜੀ ਨੇ ਜੋ ਵਿਦਿਆ ਪੜ੍ਹ ਕੇ ਕਮਾਉਣਾ ਹੈ, ਇਹ ਤਾਤਪਰਜ ਦੱਸਿਆ ਕਿ ਵਿਦਿਆ ਨੂੰ ਪੜ੍ਹ ਕੇ ਉਸ ਨੂੰ ਹਿਰਦੇ 'ਚ ਵਸਾਇਆ ਜਾਏ ਅਤੇ ਕਮਾਇਆ ਜਾਏ, ਤਾਂ ਹੀ ਲਾਭ ਹੈ। ਔਰ ਜੇ ਮਨ ਦੇ ਪਿੱਛੇ ਲੱਗਾ ਰਿਹਾ ਵਿਅਕਤੀ ਅਤੇ ਵਿਦਿਆ ਭਾਵੇਂ ਜਿੰਨੀ ਮਰਜ਼ੀ ਪੜ੍ਹ ਲਵੇ, ਜਿਵੇਂ ਸਿਆਣੇ ਵਿਦਵਾਨਾਂ ਦੇ ਬਚਨ ਨੇ, ਪੜ੍ਹਦਾ ਪੜ੍ਹਦਾ ਪੜ੍ਹ ਗਿਆ, ਪੜ੍ਹ ਲਏ ਚਾਰੇ ਵੇਦ, ਨਿਸ਼ਚਾ ਮਨ ਨਾ ਆਇਆ, ਭਇਓ ਢੇਡ ਕੋ ਢੇਡ। ਪਸ਼ੂ ਦਾ ਪਸ਼ੂ ਰਹਿ ਗਿਆ, ਭਾਵੇਂ ਵਿਦਿਆ ਬੜੀ ਪੜ੍ਹੀ ਹੋਈ ਹੈ। ਜਾਂ ਇੰਝ ਵੀ ਸਤਿਗੁਰਾਂ ਨੇ ਕਿਹਾ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਊਮੀ ਸਾਧ ਨਾ ਮਾਰੀਏ। ਪੜ੍ਹਿਆ ਹੋਇਆ ਵਿਅਕਤੀ ਜੇ ਗੁਨਾਹਗਾਰ ਹੈ ਅਤੇ ਉਹਦੇ ਪੜ੍ਹੇ ਹੋਣ ਕਰਕੇ ਉਹਦਾ ਛੁਟਕਾਰਾ ਨਹੀਂ ਹੋ ਜਾਣਾ, ਉਹਦੇ ਥਾਂ 'ਤੇ ਅਨਪੜ੍ਹਾਂ ਨੂੰ ਕੁੱਟਣੀ ਪੈਣੀ। ਜੇ ਉਹ ਆਪ ਗੁਨਾਹ ਕਰਦਾ ਹੈ ਤਾਂ ਫਿਰ ਉਸ ਦੀ ਸਜ਼ਾ ਵੀ ਉਸੇ ਨੂੰ ਭੋਗਣੀ ਪਵੇਗੀ। ਮਤਲਬ ਵਿਦਿਆ ਰੌਸ਼ਨੀ ਹੈ, ਇਹ ਦੱਸਣ ਲਈ ਕਿ ਕੀ ਕਰਨਾ ਚਾਹੀਦਾ ਕੀ ਨਹੀਂ। ਅਗਰ ਜੋ ਸਿੱਖਿਆ ਮਿਲੀ ਉਸ ਨੂੰ ਕਮਾਇਆ ਨਹੀਂ, ਉਸ ਦੇ ਉਲਟ ਚੱਲਿਆ ਹੈ, ਮਨ ਦੇ ਪਿੱਛੇ ਲੱਗ ਕੇ ਚੱਲਿਆ, ਅਤੇ ਫਿਰ ਵਿਦਿਆ ਪੜ੍ਹੀ ਦਾ ਲਾਭ ਨਹੀਂ ਹੋਇਆ। ਹੁਣ ਅਸੀਂ ਲੋਕ ਸੰਸਾਰੀ ਵਿਦਿਆ ਪੜ੍ਹ ਕੇ ਅਤੇ ਉਹਦਾ ਗੁਮਾਨ ਹੰਕਾਰ ਕਰਦੇ ਹਾਂ, ਵੱਡੇ ਵਿਦਵਾਨ ਕਹਾਉਣ ਲੱਗ ਜਾਂਦੇ ਹਾਂ, ਪਰ ਵਿਦਿਆ ਨੂੰ ਕਮਾਉਂਦੇ ਨਹੀਂ। ਅਕਾਲ ਪੁਰਖ ਦੇ ਦਰ 'ਤੇ ਤਾਂ ਕਰਨੀ ਹੀ ਪ੍ਰਧਾਨ ਹੈ, ਕਰਨੀ ਦਾ ਹੀ ਸਤਿਕਾਰ ਹੈ, ਕਰਨੀ ਕਰਕੇ ਛੁਟਕਾਰਾ ਹੈ, ਇੱਜ਼ਤ ਹੈ। ਇੱਥੇ ਸਤਿਗੁਰੂ ਮਹਾਰਾਜ ਦੱਸ ਰਹੇ ਨੇ ਕਿ ਮਨਮੁਖ ਪੜ੍ਹੈ, ਪੜ੍ਹੈ ਪੱਪਾ ਡਾੜਾ ਅਤੇ ਹਾਹੇ ਨੂੰ ਸਿਆਰੀ ਬਹੁ ਵਚਨ ਹੈ ਜਾਨੀ। ਮਨਮੁਖ ਲੋਕ ਪੜ੍ਹਦੇ ਤਾਂ ਹਨ ਔਰ ਪੜ੍ਹਦੇ ਹਨ ਪੜ੍ਹਾਈਆਂ ਨੂੰ, ਧਰਮ ਗ੍ਰੰਥਾਂ ਦੀ ਵਿਦਿਆ ਨੂੰ, ਤਾਂ ਪੰਡਤ ਕਹਾਵਹਿ, ਆਪਣੇ ਆਪ ਨੂੰ ਪੰਡਤ ਵਿਦਵਾਨ ਕਹਾ ਲੈਂਦੇ ਹਨ। ਦੂਜੇ ਭਾਏ ਮਹਾ ਦੁਖ ਪਾਵੈ, ਔਰ ਉਹਨਾਂ ਦੇ ਅੰਦਰ ਦੂਜਾ ਭਾਵ ਹੈ। ਦੁਰਜਨ ਦੂਜਾ ਭਾਵ ਹੈ, ਵਿਛੋੜਾ ਹਉਮੈ ਰੋਗ। ਇਹ ਦੁਰਜਨ ਹੈ, ਭੈੜੀ ਚੀਜ਼ ਹੈ। ਜਿਹੜਾ ਦੂਜਾ ਭਾਵ ਸੰਸਾਰ ਦਾ ਮੋਹ, ਜਾਨੀ ਇੱਕ ਪਰਮਾਤਮਾ ਨੂੰ ਛੱਡ ਕੇ ਹੋਰ ਦੂਜੇ ਨਾਲ ਲਗਾਓ, ਮਾਇਆ ਨਾਲ, ਪਦਾਰਥਾਂ ਨਾਲ ਜਿਹੜਾ ਭਾਵ ਹੈ, ਉਸ ਦੂਜੇ ਭਾਏ ਕਰਕੇ ਯਾਨੀ ਦੂਜੇ ਪਿਆਰ ਕਰਕੇ ਮਹਾਂ ਦੁੱਖ ਪਾਵੈ। ਵਿਦਿਆ ਪੜ੍ਹੀ ਹੋਈ ਉਹਨਾਂ ਨੂੰ ਛਡਾਏਗੀ ਨਹੀਂ। ਜਦੋਂ ਅੰਦਰ ਦੂਜਾ ਭਾਵ ਹੈ ਤਾਂ ਫਿਰ ਮਹਾਨ ਦੁੱਖ ਉਹ ਪਾਉਂਦੇ ਹਨ। ਹੈਨ ਮਨਮੁਖ
ਅੱਖਰ ਪੜ੍ਹੇ ਹੋਏ ਨੇ, ਪੜ੍ਹ ਕੇ ਪੰਡਤ ਕਹਾ ਲਿਆ ਹੈ, ਪਰ ਮਨ ਅੰਦਰ ਦੂਜਾ ਭਾਵ ਹੈ, ਸੰਸਾਰ ਦਾ ਲਗਾਓ ਹੈ, ਇਸ ਕਰਕੇ ਮਹਾਨ ਦੁੱਖ ਪਾਉਂਦੇ ਹਨ। ਵਿਖਿਆ ਮਾਤੇ ਕਿਛ ਸੂਝੈ ਨਾਹੀ। ਵਿਖਿਆ ਕਹਿੰਦੇ ਹਨ, ਵਿਖ ਹੁੰਦੀ ਹੈ ਜ਼ਹਿਰ, ਔਰ ਜਿੱਥੋਂ ਜ਼ਹਿਰ ਹੀ ਪੱਲੇ ਪੈਂਦਾ ਵਿਖਿਆ ਮਾਇਆ। ਮਾਇਆ ਵਿੱਚ ਮਾਤੇ ਮਸਤ ਹੋਏ ਹੋਏ ਉਹ ਹਨ, ਤੇ ਕਿਛ ਸੂਝੈ ਨਾਹੀ, ਉਹਨਾਂ ਨੂੰ ਗਿਆਤ ਕੁਛ ਨਹੀਂ ਹੈ, ਪਤਾ ਹੀ ਕੁਛ ਨਹੀਂ ਲੱਗਦਾ ਹੈ ਕਿ ਅਸੀਂ ਕਿਸ ਵਾਸਤੇ ਆਏ ਹਾਂ, ਸਾਨੂੰ ਕੀ ਕਰਨਾ ਚਾਹੀਦਾ ਸੀ, ਕਿਸ ਪਾਸੇ ਅਸੀਂ ਤੁਰੇ ਫਿਰਦੇ ਹਾਂ। ਅਸਲ ਕੋਈ ਗਿਆਨ ਸੁੱਝਦਾ ਨਹੀਂ ਹੈ, ਗਿਆਤ ਸੋਝੀ ਪ੍ਰਾਪਤ ਨਹੀਂ ਹੁੰਦੀ, ਸੂਝ ਬੂਝ ਨਹੀਂ। ਫਿਰ ਜੂਨੀ ਆਵਣਿਆ, ਔਰ ਦੁਬਾਰਾ ਮੁੜ ਮੁੜ ਕੇ ਫਿਰ ਕੇ ਜੂਨਾਂ 'ਚ ਆਉਣ ਵਾਲੇ ਰਹਿੰਦੇ ਨੇ, ਭਾਵ ਜੂਨਾਂ 'ਚ ਆਉਂਦੇ ਰਹਿੰਦੇ ਨੇ। ਕਦੇ ਕਾਂ ਬਣ ਗਏ, ਕਦੇ ਕੱਛੂ ਬਣ ਗਏ, ਕਦੇ ਡੱਡੂ ਬਣ ਗਏ, ਕਦੇ ਕਿਰਲਾ, ਕਦੇ ਸੱਪ ਆਦਿਕ, ਕਿਉਂਕਿ ਮਨਮੁਖਤਾਈ ਕਰਕੇ ਸਾਰਾ ਕੁਝ ਪੱਲੇ ਪੈਂਦਾ। ਹਉ ਵਾਰੀ ਜੀਓ ਵਾਰੀ, ਮੈਂ ਵਾਰ ਨੇ ਫੇਰ ਨੇ ਕੁਰਬਾਨ ਜਾਵਾਂ, ਆਪਣੀ ਜਿੰਦ ਵਾਰਦਿਆਂ, ਕੁਰਬਾਨ ਕਰਦਿਆਂ, ਸਦਕੇ ਕਰਦਿਆਂ ਕਿਹਨਾਂ ਤੋਂ ਜੀ? ਹਉਮੈ ਮਾਰ ਮਿਲਾਵਣਿਆ, ਜਿਹੜੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ ਆਪਣਾ ਆਪਾ ਵਾਹਿਗੁਰੂ ਵਿੱਚ ਮਿਲਾ ਦਿੰਦੇ। ਹੰਗਤਾ ਮਮਤਾ ਨੂੰ ਮਾਰ ਕੇ ਜੋ ਵਾਹਿਗੁਰੂ ਵਿੱਚ ਮਿਲੇ ਹਨ ਤੇ ਹੋਰਨਾਂ ਨੂੰ ਮਿਲਾਉਣ ਵਾਲੇ ਨੇ, ਉਹਨਾਂ ਤੋਂ ਕੁਰਬਾਨ ਜਾਈਏ, ਸਦਕੇ ਜਾਈਏ। ਗੁਰ ਸੇਵਾ ਤੇ ਹਰ ਮਨ ਵਸਿਆ, ਗੁਰਾਂ ਦੀ ਸੇਵਾ ਟਹਿਲ ਭਾਵਨੀ, ਗੁਰਾਂ ਦੀ ਸ਼ਰਨ, ਗੁਰਾਂ ਦੀ ਦੱਸੀ ਭਗਤੀ ਕਰਕੇ ਹਰ ਮਨ ਵਸਿਆ। ਹਰੀ ਪਰਮਾਤਮਾ ਅਕਾਲ ਪੁਰਖ ਆਪ ਵਾਹਿਗੁਰੂ ਦਾ ਨਾਮ ਇਹ ਮਨ ਵਿੱਚ ਵਸ ਗਿਆ। ਹਰ ਰਸ ਸਹਿਜ ਪੀਆ ਬਣਿਆ, ਉਹ ਸਹਿਜ ਅਵਸਥਾ ਚਲੇ ਗਏ। ਸ਼ਾਂਤੀ ਟਿਕਾ, ਚੌਥਾ ਪਦ ਆਤਮ ਗਿਆਨ, ਔਰ ਮਨ ਦੀ ਅਡੋਲ ਅਵਸਥਾ ਵਿੱਚ ਪਹੁੰਚ ਕੇ ਉਹ ਹਰੀ ਦੇ ਨਾਮ ਰਸ ਨੂੰ ਪੀਂਦੇ ਹਨ, ਹੋਰਨਾਂ ਨੂੰ ਪਿਆਉਂਦੇ ਨੇ। ਉਹਨਾਂ ਤੋਂ ਬਲਿਹਾਰ ਜਾਈਏ। ਰਹਾਓ, ਵੇਦ ਪੜ੍ਹ ਹਰ ਰਸ ਨਹੀਂ ਆਇਆ, ਬ੍ਰਹਮਾ ਦੇ ਮੁਖ ਤੋਂ ਉਚਾਰਨ ਕੀਤੇ ਚਾਰ ਵਾਕ, ਅਹੰ ਬ੍ਰਹਮਸਮੀ ਤਤ ਤੋਯੰ ਤਤੰ ਮਸੀ ਪ੍ਰਗਿਆਨਮਾਨੰਦ। ਉਹਨਾਂ ਗ੍ਰੰਥਾਂ ਦੇ ਅੱਗੇ ਵਿਆਸ ਵਰਗਿਆਂ ਨੇ ਵਿਆਖਿਆ ਕਰਕੇ ਵੱਡੇ ਚਾਰ ਗ੍ਰੰਥ ਬਣਾਉਣ ਤੇ ਵੇਦ। ਦੂਜਾ ਵੇਦ ਦਾ ਅਰਥ ਹੈ ਦੈਵੀ ਵਿਦਿਆ, ਧਾਰਮਿਕ ਆਤਮਾ ਪਰਮਾਤਮਾ ਦੀ ਵਿਦਿਆ ਦੇ ਜਿਹੜੇ ਗ੍ਰੰਥ ਉਹਨਾਂ ਨੂੰ ਵੇਦ ਕਿਹਾ ਜਾਂਦਾ। ਧਰਮ ਗ੍ਰੰਥਾਂ ਨੂੰ ਪੜ੍ਹਦੇ ਹਨ ਪਰ ਹਰ ਰਸ ਨਹੀਂ ਆਇਆ, ਕਿਉਂਕਿ ਉਹਨਾਂ 'ਚ ਜੋ ਉਪਦੇਸ਼ ਲਿਖਿਆ ਹੈ ਉਸ ਨੂੰ ਕਮਾਇਆ ਨਹੀਂ, ਤੱਤ ਵਸਤੂ ਨੂੰ ਗ੍ਰਹਿਣ ਨਹੀਂ ਕੀਤਾ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁਤਾ, ਸੁਤਿਆ ਰਹਿਣ ਵਿਹਾਣੀ। ਇਸ ਤਰ੍ਹਾਂ ਦੀ ਹਾਲਤ ਹੈ। ਇਸ ਕਰਕੇ ਹਰੀ ਪਰਮਾਤਮਾ ਦਾ ਆਨੰਦ, ਹਰੀ ਵਾਹਿਗੁਰੂ ਨਾਲ ਭੇਦਤਾ ਦਾ ਰਸ ਆਨੰਦ ਨਹੀਂ ਪ੍ਰਾਪਤ ਹੋਇਆ। ਬਾਦ ਵਖਾਣਾ ਹੈ ਮੋਹੇ ਮਾਇਆ। ਵੇਦ ਪੜ੍ਹੇ ਹੋਏ ਨੇ ਪਰ ਮਾਇਆ 'ਚ ਮੋਹੇ ਹੋਏ, ਸਰੀਰ ਨੂੰ ਸੱਚਾ ਮੰਨਿਆ, ਆਪਣੇ ਵੱਡਪਣ ਨੂੰ ਵੱਡਾ ਮੰਨਿਆ ਕਿ ਮੈਂ ਵੱਡਾ ਕਹਾ ਲਵਾਂ। ਵਾਦ ਵਖਾਣਾ ਚਰਚਾ ਕਥਨ ਕਰਦੇ ਨੇ, ਮੇਰੇ ਨਾਲ ਕੋਈ ਚਰਚਾ ਕਰੇ। ਜਿਵੇਂ ਗੋਪਾਲ ਦੱਤ ਬ੍ਰਾਹਮਣ ਸੀ ਕਾਂਸ਼ੀ ਦਾ, ਉਹ ਚਰਚਾ ਕਰਦਾ ਸੀ। ਜਿਵੇਂ ਬੇਣੀ ਪੰਡਤ ਕਿਤਾਬਾਂ ਗ੍ਰੰਥਾਂ ਦੇ ਊਠ ਲੱਦੀ ਫਿਰਦਾ ਸੀ, ਮਾਣ ਬੜਾ ਸੀ ਵਿਦਿਆ ਦਾ। ਅਤੇ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਉਹਦਾ ਮਾਣ ਤੋੜਿਆ ਸੀ ਤਾਂ ਫਿਰ ਆਪਣੇ ਸਾਰੇ ਜਿਹੜੇ ਗ੍ਰੰਥ ਸੀ ਊਠਾਂ 'ਤੇ ਲੱਦੇ ਹੋਏ ਬਿਆਸ ਦਰਿਆ ਜਲ ਪ੍ਰਵਾਹ ਕਰਤੇ, ਸੇਵਾ 'ਚ ਲੱਗ ਗਿਆ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਮਾਇਆ 'ਚ ਮੋਹੇ ਹੋਏ, ਸੰਸਾਰ ਨੂੰ ਸੱਚਾ ਮੰਨ ਕੇ, ਆਪਣੀ ਹੰਗਤਾ ਨੂੰ ਵੱਡਾ ਮੰਨ ਕੇ ਵਾਦ ਚਰਚਾ, ਵਤੰਡਾਵਾਦ, ਝਗੜਾ, ਵਖਾਣਾ ਕਥਨ ਕਰਦੇ ਹਨ, ਚਰਚਾ ਬੜੀ ਕਰਦੇ ਹਨ। ਅਗਿਆਨ ਮੱਤੀ ਸਦਾ ਅੰਧਿਆਰਾ, ਅਗਿਆਨ ਵਾਲੀ ਮੱਤ ਅਕਲ ਹੈ। ਅਗਿਆਨ ਦੇ ਗਰਸੇ ਹੋਏ ਨੇ, ਅਗਿਆਨ 'ਚ ਮਸਤ ਹੋਏ ਨੇ ਅਤੇ ਸਦਾ ਵਾਸਤੇ ਹਨੇਰਾ ਹੀ ਹਨੇਰਾ ਅੰਦਰ ਛਾਇਆ ਰਹਿੰਦਾ। ਕਿਉਂਕਿ ਦੀਵਾ ਬਲੈ ਅੰਧੇਰਾ ਜਾਏ, ਅੰਦਰ ਬਲੇ ਦੀਵਾ ਤਾਂ ਹੀ ਅੰਦਰੋਂ ਹਨੇਰਾ ਦੂਰ ਹੋਵੇਗਾ। ਅਗਿਆਨ ਮੱਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਜਿਹੜਾ ਗੁਰਾਂ ਦੇ ਸਨਮੁਖ ਹੋ ਜਾਏ, ਗੁਰਾਂ ਦੇ ਮੁਖ ਤੋਂ ਉਪਦੇਸ਼ ਪ੍ਰਾਪਤ ਕਰੇ, ਗੁਰੂ
ਨੂੰ ਮੁੱਖ ਰੱਖ ਕੇ ਚੱਲੇ, ਗੁਰੂ ਅਨੁਸਾਰੀ ਹੋਵੇ, ਗੁਰੂ ਸਮਰਪਿਤ ਹੋਵੇ, ਉਹ ਬੁੱਝ ਲੈਂਦਾ ਹੈ ਧਾਰਮਿਕ ਗ੍ਰੰਥਾਂ ਦੇ ਤਾਤਪਰਜ ਨੂੰ, ਤੇ ਬੁੱਝ ਕੇ ਸਿਧਾਂਤ ਨੂੰ ਫਿਰ ਹਰ ਗਾਵਣਿਆ ਹਰੀ ਪਰਮਾਤਮਾ ਨੂੰ ਉਹ ਗਾਉਣ ਲੱਗ ਪੈਂਦਾ, ਭਾਵ ਰੱਬ ਦਾ ਜਸ ਗਾਉਣ ਲੱਗ ਪੈਂਦਾ ਹੈ। ਅਕਥੋ ਕਥੀਐ ਸ਼ਬਦ ਸੁਹਾਵੈ, ਜਿਹੜਾ ਗੁਰਮੁਖ ਪਿਆਰਾ ਗੁਰੂ ਦੇ ਸ਼ਬਦ ਰਾਹੀਂ ਸੁਹਾਵੈ ਆਪਣਾ ਜੀਵਨ ਸੋਹਣਾ ਬਣਾ ਲੈਂਦਾ, ਸੋਭਾ ਪਾ ਰਿਹਾ ਹੈ। ਅਕਥੋ ਕਥੀਐ, ਗੁਰੂ ਦੇ ਸ਼ਬਦ ਰਾਹੀਂ ਉਹ ਅਕਥ ਪਰਮਾਤਮਾ ਜਿਹੜਾ ਮੁਕੰਮਲ ਕਥਿਆ ਨਹੀਂ ਜਾ ਸਕਿਆ, ਨਾ ਕਥਿਆ ਜਾ ਸਕੇਗਾ, ਮੁਕੰਮਲ ਨਹੀਂ, ਪਰ ਉਸ ਦੀ ਵਡਿਆਈ ਕਥਨ ਕਰਦੇ ਹਨ। ਸ਼ਬਦ ਦੁਆਰਾ ਆਪਣਾ ਮਨ ਸੋਭਨੀਕ ਬਣਾ ਕੇ ਗੁਰਮੁਖ ਪਿਆਰਾ ਅਕਥ ਪਰਮਾਤਮਾ ਦੀ ਕਥਾ ਕਰਦਾ, ਉਸ ਦਾ ਵਿਖਿਆਨ ਕਰਦਾ। ਕਥੀ ਹੈ ਰੱਬ ਦਾ ਜਸ ਗਾਉਂਦਾ, ਬੋਲਦਾ ਹੈ, ਵਿਚਾਰ ਕਰਦਾ ਪਰਮਾਤਮਾ ਦੇ। ਗੁਰਮਤੀ ਮਨ ਸੱਚੋ ਭਾਵੈ, ਜੋ ਗੁਰਮਤੀਆ ਹੈ, ਗੁਰਾਂ ਦੀ ਮਤ ਸਿੱਖਿਆ ਅਨੁਸਾਰ ਚੱਲਣ ਵਾਲਾ, ਗੁਰੂ ਮਤ ਦੁਆਰਾ ਉਹਦੇ ਮਨ ਦੇ ਅੰਦਰ ਸੱਚੋ ਸੱਚ ਹੀ ਪਾਉਂਦਾ ਚੰਗਾ ਲੱਗਦਾ। ਸੱਚ ਸਰੂਪ ਅਕਾਲ ਪੁਰਖ ਤੇ ਉਸ ਦਾ ਸੱਚਾ ਨਾਮ ਉਸ ਨੂੰ ਪਾਉਂਦਾ ਚੰਗਾ ਲੱਗਦਾ। ਸੱਚੋ ਸੱਚ ਰਵਹਿ ਦਿਨ ਰਾਤੀ, ਇਹੋ ਮਨ ਸੱਚ ਰੰਗਾਵਣਿਆ। ਸੱਚ ਦਾ ਪਰਮ ਸੱਚ, ਸਾਰੇ ਸੱਚਾਂ ਦਾ ਪਰਮ ਸੱਚ ਜੋ ਵਾਹਿਗੁਰੂ ਦਾ ਨਾਮ ਹੈ, ਉਹ ਦਿਨੇ ਰਾਤ ਉਚਾਰਨ ਕਰਦੇ ਹਨ ਗੁਰਮੁਖ ਪਿਆਰੇ। ਇਹੋ ਮਨ ਸੱਚ ਰੰਗਾਵਣਿਆ, ਤੇ ਉਹ ਆਪਣੇ ਇਸ ਮਨ ਨੂੰ ਸੱਚ ਸਰੂਪ ਪਰਮਾਤਮਾ ਦੇ ਰੰਗ ਵਿੱਚ ਰੰਗਾ ਲੈਂਦੇ ਨੇ। ਆਪ ਰੰਗੇ ਜਾਂਦੇ, ਹੋਰਨਾਂ ਨੂੰ ਵੀ ਰੰਗਾ ਦਿੰਦੇ ਨੇ। ਜੋ ਸੱਚ ਰਤੇ ਤਿਨ ਸੱਚੋ ਭਾਵੈ, ਜੋ ਸੱਚ ਸਰੂਪ ਵਾਹਿਗੁਰੂ ਜੀ ਦੇ ਨਾਮ ਰੰਗ ਵਿੱਚ ਰਤੇ ਹੋਏ ਨੇ, ਉਹਨਾਂ ਦੇ ਤਾਈਂ ਸੱਚ ਹੀ ਪਾਉਂਦਾ ਚੰਗਾ ਲੱਗਦਾ ਹੈ। ਆਪੇ ਦੇ ਨਾ ਪਛੋਤਾਵੈ, ਪਰਮਾਤਮਾ ਅਕਾਲ ਪੁਰਖ ਤੇ ਉਹਨਾਂ ਦਾ ਨਿਸ਼ਚਾ ਹੈ। ਉਹ ਵਾਹਿਗੁਰੂ ਪਰਮਾਤਮਾ ਆਪ ਹੀ ਜੋ ਦਾਤਾਂ ਬਖਸ਼ਦਾ ਹੈ, ਦੇ ਕੇ ਫਿਰ ਉਹ ਪਛੋਤਾਵਾ ਨਹੀਂ ਕਰਦਾ, ਪਛਤਾਉਂਦਾ ਨਹੀਂ ਹੈ। ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਗੁਰਾਂ ਦੇ ਉਪਦੇਸ਼ ਦੁਆਰਾ ਉਹਨਾਂ ਨੇ ਸਦਾ ਵਾਸਤੇ ਕਾਇਮ ਦਾਇਮ ਹਸਤੀ ਸੱਚ ਸਰੂਪ ਪਰਮਾਤਮਾ ਨੂੰ ਜਾਣ ਲਿਆ ਹੈ। ਮਿਲ ਸੱਚੇ ਸੁਖ ਪਾਵਣਿਆ, ਤੇ ਸੱਚੇ ਅਕਾਲ ਪੁਰਖ ਨਾਲ ਮਿਲੇ ਹੋਏ ਉਹ ਆਤਮਿਕ ਸੁਖ ਦੀ ਪ੍ਰਾਪਤੀ ਕਰਦੇ ਹਨ। ਕੂੜ ਕੁਸਤ ਤਿਨਾ ਮੈਲ ਨਾ ਲਾਗੈ, ਝੂਠ ਤੇ ਸੰਸਾਰ ਦੇ ਝੂਠੇ ਪਦਾਰਥਾਂ ਦੀ ਪਕੜ ਜਕੜ ਦੀ ਜਿਹੜੀ ਮੈਲ ਹੈ, ਉਹ ਉਹਨਾਂ ਦੇ ਮਨ ਨੂੰ ਨਹੀਂ ਲੱਗਦੀ। ਗੁਰ ਪ੍ਰਸਾਦੀ ਅਨਦਿਨ ਜਾਗੈ, ਉਹ ਗੁਰਮੁਖ ਪਿਆਰਾ ਜੋ ਗੁਰੂ ਦੀ ਪ੍ਰਸਾਦ ਕਿਰਪਾ ਵਾਲਾ ਹੈ, ਉਹ ਅਨਦਿਨ ਰਾਤ ਦਿਨ ਜਾਗਦਾ ਹੈ। ਜਾਗਦਾ ਦਾ ਮਤਲਬ ਹੈ ਮਾਇਆ ਦੇ ਪ੍ਰਭਾਵ ਵੱਲੋਂ ਸੁਚੇਤ ਰਹਿੰਦਾ ਹੈ, ਮਾਇਆ ਦੇ ਹੱਲਿਆਂ ਦੇ ਅੱਗੇ ਕਮਜ਼ੋਰ ਨਹੀਂ ਹੁੰਦਾ। ਸਾਵਧਾਨ ਰਹਿਣ ਦਾ ਨਾਮ ਹੈ ਜਾਗਣਾ। ਰੱਬ ਦੇ ਸਿਮਰਨ ਵਿੱਚ ਜਾਗਣਾ, ਇਹ ਅਸਲੀ ਜਾਗਣਾ ਹੈ। ਮਨ ਨਹੀਂ ਸੌਣ ਦਿੰਦੇ ਆਪਣਾ, ਪਰਮਾਤਮਾ ਵੱਲੋਂ ਗਾਫਲਤਾਈ ਨਹੀਂ ਹੋਣ ਦਿੰਦੇ। ਨਿਰਮਲ ਨਾਮ ਵਸੈ ਘਟ ਭੀਤਰ, ਵਾਹਿਗੁਰੂ ਜੀ ਦਾ ਨਿਰਮਲ ਉਜਲ ਸ਼ੁੱਧ ਪਵਿੱਤਰ ਜੋ ਨਾਮ ਹੈ, ਉਹ ਘਟ ਹਿਰਦੇ ਦੇ ਭੀਤਰ ਵਿੱਚ ਵਸ ਜਾਂਦਾ ਹੈ। ਜੋਤੀ ਜੋਤ ਮਿਲਾਵਣਿਆ, ਉਹਨਾਂ ਦੇ ਤਾਈਂ ਫਿਰ ਜੋਤੀ ਸਰੂਪ ਪਰਮਾਤਮਾ ਉਹਨਾਂ ਦੀ ਜੋਤ ਨੂੰ ਆਪਣੇ ਵਿੱਚ ਮਿਲਾ ਲੈਂਦਾ। ਅਥਵਾ ਗੁਰਮੁਖ ਪਿਆਰਾ ਜਿਹਦੇ ਹਿਰਦੇ 'ਚ ਨਿਰਮਲ ਨਾਮ ਵਸ ਜਾਂਦਾ ਹੈ, ਉਹ ਜੋਤੀ ਸਰੂਪ ਜੋ ਪਰਮ ਜੋਤੀ ਹੈ ਪਰਮਾਤਮਾ, ਉਹਦੇ ਵਿੱਚ ਆਪਣੀ ਜੋਤ ਆਤਮਾ ਨੂੰ ਮਿਲਾਉਣ ਵਾਲਾ ਬਣ ਗਿਆ। ਤ੍ਰੈ ਗੁਣ ਪੜ੍ਹੈ ਹਰ ਤਤ ਨਾ ਜਾਣੈ, ਬਹੁਤੇ ਲੋਕ ਜਿਵੇਂ ਬਚਨ ਆਏ ਹਨ, ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ। ਤੱਤ ਦੀ ਸਾਰ ਨੂੰ ਨਹੀਂ ਜਾਣਦੇ। ਤ੍ਰੈ ਗੁਣ ਮਾਇਆ ਦੇ ਜਿਹੜੇ ਤਿੰਨ ਸੁਭਾਅ ਹਨ, ਰਜੋ ਤਮੋ ਤੇ ਸਤੋ ਗੁਣ, ਇਹੀ ਪੜ੍ਹਾਈ ਪੜ੍ਹੀ ਜਾਂਦੇ ਨੇ। ਹਰੀ ਪਰਮਾਤਮਾ ਜੋ ਤੱਤ ਹੈ ਸਾਰੇ ਸੰਸਾਰ ਦਾ, ਜਿਸ ਕਰਕੇ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਤੇ ਕਿਰਿਆ ਕਰ ਰਹੀ ਹੈ, ਹਰਕਤ ਵਿੱਚ ਹੈ, ਉਸ ਹਰੀ ਤੱਤ ਸਰੂਪ ਨੂੰ ਉਹ ਨਹੀਂ ਜਾਣਦੇ ਹਨ। ਪਰਮਾਤਮਾ ਦੇ ਸਿਮਰਨ ਦੀ ਵਿਦਿਆ ਨਹੀਂ ਪੜ੍ਹਦੇ। ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ, ਮੂਲੋਂ ਮੂਲ ਮੁੱਢ ਰੂਪ ਹੈ ਜਿਹੜਾ ਆਦਿ ਸਾਰੇ ਸੰਸਾਰ ਦਾ, ਉਸ ਵੱਲੋਂ ਭੁੱਲੇ ਹੋਏ ਨੇ। ਔਰ ਮੂਲੋਂ ਉੱਕਾ ਹੀ ਕਦਾਚਿਤ, ਬਿਲਕੁਲ ਹੀ ਮੁੱਢ ਤੋਂ ਹੀ ਭੁੱਲੇ ਹੋਏ ਨੇ। ਗੁਰ ਸ਼ਬਦ ਨਾ ਪਛਾਣੈ, ਸਤਿਗੁਰੂ ਮਹਾਰਾਜ ਦੇ ਸ਼ਬਦ ਉਪਦੇਸ਼ ਨੂੰ, ਉਸ ਦੀ ਮਹਿਮਾ ਨੂੰ, ਮਹਾਨਤਾ ਨੂੰ ਨਹੀਂ ਪਛਾਣਦੇ ਹਨ।
ਮੋਹ ਵਿਆਪੇ ਕਿਛ ਸੂਝੈ ਨਾਹੀ। ਮੋਹ ਵਿੱਚ ਫਸੇ ਹੋਏ ਨੇ, ਮੋਹ ਵਿੱਚ ਲੰਪਟ ਹੋ ਰਹੇ, ਤਦਾਕਾਰ ਹੋ ਰਹੇ ਨੇ, ਤੇ ਕਿਛ ਸੂਝਿਆ ਨਹੀਂ, ਕੁਝ ਵੀ ਸੁਝਦਾ ਨਹੀਂ, ਕੁਝ ਵੀ ਗਿਆਤ ਨਹੀਂ ਉਹਨਾਂ ਨੂੰ ਹੁੰਦੀ, ਕੁਝ ਵੀ ਨਹੀਂ ਜਾਣਦੇ। ਗੁਰ ਸ਼ਬਦੀ ਹਰ ਪਾਵਣਿਆ, ਤੇ ਗੁਰੂ ਦੇ ਸ਼ਬਦ ਨਾਲ ਜੁੜਿਆ, ਗੁਰੂ ਦੇ ਸ਼ਬਦੀਆ ਬਣ ਗਿਆ ਹੈ। ਉਹ ਗੁਰੂ ਦੇ ਉਪਦੇਸ਼ ਰਾਹੀਂ ਹਰੀ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ। ਵੇਦ ਪੁਕਾਰੈ ਤ੍ਰਿਬਿਧ ਮਾਇਆ, ਜੋ ਵੇਦ ਪਾਠ ਕਰਦੇ ਪੁਕਾਰਾ, ਕੋਈ ਮਨੁੱਖ ਉੱਚੀ ਉੱਚੀ ਬੋਲਦਾ ਹੈ, ਜਾਂ ਮੰਨੋ ਕਿ ਵੇਦ ਜਿਹੜਾ ਗ੍ਰੰਥ ਬ੍ਰਹਮਾ ਜੀ ਦੇ ਉਚਾਰਨ ਕੀਤੇ ਚਾਰੇ ਨੇ, ਉਹ ਵੇਦਾਂ ਦੀ ਵਿਦਿਆ ਜੋ ਪੁਕਾਰਦੀ ਹੈ, ਉਹਦੇ 'ਚ ਤ੍ਰਿਬਿਧ ਮਾਇਆ, ਮਾਇਆ ਜੋ ਤਿੰਨਾਂ ਵਿਧੀਆਂ ਦੀ ਹੈ, ਤਿੰਨ ਗੁਣਾਂ ਵਾਲੀ ਮਾਇਆ ਹੈ, ਉਹਦਾ ਹੀ ਕਥਨ ਹੋ ਰਿਹਾ। ਮਨਮੁਖ ਨਾ ਬੂਝੈ ਦੂਜਾ ਪਾਇਆ, ਕਿਉਂਕਿ ਜੋ ਪੁੰਨ ਪਾਪ ਦੀ ਵਿਚਾਰ ਹੈ ਇਹ ਤਿੰਨਾਂ ਗੁਣਾਂ ਦੇ ਵਿੱਚ ਹੀ ਹੈ। ਜਿਵੇਂ 1 ਲੱਖ ਸ਼ਲੋਕ ਜਾਂ ਸੁਰਤੀਆਂ ਕਹੀਆਂ ਜਾਂਦੀਆਂ ਨੇ ਵੇਦਾਂ ਦੀਆਂ, 80,000 ਸੁਰਤੀਆਂ ਕਰਮਕਾਂਡ ਦਾ ਕਥਨ ਕਰਦੀਆਂ, 16,000 ਸੁਰਤੀਆਂ ਅਨੇਕਾਂ ਪ੍ਰਕਾਰ ਦੀ ਪੂਜਾ ਦਾ ਕਥਨ ਹੈ, ਤੇ 4,000 ਸੁਰਤੀਆਂ ਵਿੱਚ ਗਿਆਨ ਹੈ। ਪਰਮਾਤਮਾ ਦੇ ਸਿਮਰਨ ਦੀ ਵਡਿਆਈ ਬਹੁਤ ਘੱਟ ਹੈ ਵੇਦਾਂ 'ਚ, ਨਾ ਮਾਤਰ ਹੈ। ਤੇ ਇਸ ਕਰਕੇ ਤ੍ਰਿਬਿਧ ਮਾਇਆ, ਤਿੰਨ ਗੁਣਾ ਜਿਹੜੇ ਮਾਇਆ ਤਿੰਨਾਂ ਗੁਣਾਂ ਵਾਲੀ, ਉਹਦਾ ਇੱਕ ਕਥਨ ਹੈ। ਪੁਕਾਰਦੇ ਹਨ ਵੇਦ ਪਾਠੀ ਪੜ੍ਹ ਕੇ, ਮਨਮੁਖ ਨਾ ਬੂਝਿਆ ਦੂਜਾ ਪਾਇਆ। ਜੋ ਮਨਮੁਖ ਹੈ ਉਹ ਬੁੱਝਦਾ ਨਹੀਂ ਤਾਤਪਰਜ ਨੂੰ, ਤੇ ਜੇ ਪੁੰਨ ਵੀ ਕਰਦੇ ਨੇ ਤੇ ਉਹਦੇ ਵਿੱਚ ਵੀ ਪੁੰਨ ਦਾ ਫਲ ਸੁਖ ਭੋਗਣ ਦੀ ਇੱਛਾ ਹੈ। ਦੂਜਾ ਭਾਵ ਹੀ ਹੈ, ਸੰਸਾਰ ਦਾ ਭਾਵ ਹੀ ਪ੍ਰੇਮ ਪਿਆਰ ਹੈ। ਤ੍ਰੈ ਗੁਣ ਪੜ੍ਹੈ ਹਰ ਏਕ ਨ ਜਾਣੈ। ਪਾਪ ਪੁੰਨ ਦੀ ਵਿਚਾਰ, ਤਿੰਨਾਂ ਗੁਣ ਮਾਇਆ ਦੇ ਤਿੰਨਾਂ ਸੁਭਾਵਾਂ ਦੀ ਹੀ ਵਿਚਾਰ ਹੈ। ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਸੁਭਾਵਾਂ ਨੂੰ ਪੜ੍ਹੀ ਜਾਂਦੇ ਹਨ, ਇੱਕ ਹਰੀ ਪਰਮਾਤਮਾ ਨੂੰ ਉਹ ਨਹੀਂ ਜਾਣਦੇ ਹਨ। ਬਿਨ ਬੂਝੇ ਦੁੱਖ ਪਾਵਣਿਆ, ਬਿਨਾਂ ਵਾਹਿਗੁਰੂ ਦੇ ਬੁੱਝਣ ਤੋਂ ਸਮਝਣ ਤੋਂ। ਵੇਖ ਲਓ ਹੁਣ ਸੰਸਾਰ ਵਿੱਚ ਫੋਕਟ ਕਰਮੀ ਸਭ ਕਰ ਰਹੇ ਨੇ। ਦਸਮ ਪਾਤਸ਼ਾਹ ਨੇ ਬਚਨ ਕੀਤਾ ਹੈ ਕਿ ਸਭ ਕਰਮ ਨੇਫਲ ਜਾਨ, ਸਭ ਧਰਮ ਨੇਫਲ ਮਾਨ। ਬਿਨ ਏਕ ਨਾਮ ਆਧਾਰ, ਸਭ ਕਰਮ ਭਰਮ ਵਿਚਾਰ। ਫੋਕਟ ਕਰਮੀ ਭਰਮ ਭੁਲਾਵੈ, ਸਭ ਫੋਕਟ ਨਿਸ਼ਚੈ ਕਰਮ। ਜੋ ਜਾਣਕਾਰ ਹੈ ਨਾ ਬ੍ਰਹਮ ਦੀ ਜੋਤ ਦਾ, ਉਹ ਸਮਝਦਾ ਹੈ ਕਿ ਇਹ ਬਾਹਰੀ ਜਿਹੜੇ ਕਰਮ ਕਰ ਰਹੇ ਲੋਕ ਧਰਮ ਦੇ ਨਾਮ ਥੱਲੇ, ਉਹ ਫੋਕਟ ਕਰਮ। ਇਸ ਪ੍ਰਕਾਰ ਬਿਨ ਬੂਝੇ ਦੁੱਖ ਪਾਵਣਿਆ, ਬਿਨਾਂ ਬੁੱਝਣ ਸਮਝਣ ਤੋਂ ਪਰਮਾਤਮਾ ਬਾਰੇ ਉਹ ਫਿਰ ਦੁੱਖ ਹੀ ਪਾਉਂਦੇ ਹਨ। ਜਾਂ ਤਿਸ ਭਾਵੈ ਤਾਂ ਆਪ ਮਿਲਾਏ। ਹੁਣ ਹਜ਼ੂਰ ਕਹਿ ਰਹੇ ਨੇ ਕਿ ਇਹਨਾਂ ਜੀਆਂ ਦੇ ਵੱਸ ਵੀ ਕਿਹਾ ਹੈ, ਜਾਂ ਜਦੋਂ ਤਿਸ ਪਰਮਾਤਮਾ ਨੂੰ ਪਾਉਂਦਾ ਹੈ ਤਾਂ ਉਹ ਆਪ ਬਖਸ਼ਿਸ਼ ਕਰਕੇ ਆਪਣੇ ਆਪ ਨਾਲ ਮਿਲਾਉਂਦਾ ਹੈ। ਜਦੋਂ ਉਹ ਬਖਸ਼ਿਸ਼ ਦੇ ਘਰ 'ਚ ਆਉਂਦਾ ਤਾਂ ਫਿਰ ਗੁਰ ਸਬਦੀ ਸਹਿਸਾ ਦੁਖ ਚੁਕਾਏ, ਆਪ ਹੀ ਗੁਰੂ ਮਹਾਰਾਜ ਨਾਲ ਮਿਲਾ ਦਿੰਦਾ। ਤੇ ਗੁਰੂ ਦੇ ਸ਼ਬਦ ਦੁਆਰਾ ਫਿਰ ਸੇਵਕ ਜੋ ਹੈ ਆਪਣੇ ਹਿਰਦੇ ਅੰਦਰੋਂ ਜਿਹੜਾ ਸਹਿਸਾ ਸਹਿਮ ਹੈ, ਤੌਖਲਾ ਹੈ, ਡਰ ਹੈ, ਇਸ ਨੂੰ ਦੂਰ ਕਰ ਲੈਂਦਾ ਹੈ, ਦੁੱਖ ਨੂੰ ਚੁਕਾ ਦਿੰਦਾ ਹੈ, ਮੇਟ ਦਿੰਦਾ ਹੈ। ਨਾ ਕੋਈ ਡਰ ਸਹਿਮ ਰਹਿ ਜਾਂਦਾ, ਨਾ ਕੋਈ ਦੁੱਖ ਰਹਿ ਜਾਂਦਾ। ਖਾਸ ਕਰਕੇ ਵਿਛੋੜੇ ਦਾ ਹੀ ਦੁੱਖ ਵੱਡਾ ਹੈ। ਇਹ ਉਹ ਇਸ ਤਰ੍ਹਾਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣਾ ਇਹ ਵਿਛੋੜੇ ਦਾ ਦੁੱਖ ਦੂਰ ਕਰ ਲੈਂਦਾ। ਨਾਨਕ ਨਾਵੈ ਕੀ ਸੱਚੀ ਵਡਿਆਈ। ਸਤਿਗੁਰੂ ਅਮਰਦਾਸ ਦਾਤਾ ਜੀ ਕਹਿ ਰਹੇ ਨੇ ਕਿ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜਨ ਦੀ ਹੀ ਵਡਿਆਈ ਸੱਚੀ ਹੈ। ਪਰਮਾਤਮਾ ਦੇ ਨਾਮ ਨਾਲ ਜੋ ਜੁੜਨਾ ਇਹੋ ਹੀ ਵਡਿਆਈ ਆ, ਤੇ ਇਹ ਸੱਚੀ ਵਡਿਆਈ ਹੈ। ਜਾਂ ਨਾਮ ਨਾਲ ਜੁੜਨ ਕਰਕੇ ਜੋ ਵਡਿਆਈ ਮਿਲਦੀ ਆ, ਉਹ ਸੱਚੀ ਵਡਿਆਈ ਤੇ ਸਦਾ ਰਹਿਣ ਵਾਲੀ, ਦੋਹਾਂ ਜਹਾਨਾਂ ਵਿੱਚ ਉਹ ਵਡਿਆਈ ਪ੍ਰਾਪਤ ਹੁੰਦੀ। ਨਾਮੋ ਮਨ ਸੁਖ ਪਾਵਣਿਆ, ਜਿਨ੍ਹਾਂ ਨੇ ਨਾਮ ਦਾ ਉਪਦੇਸ਼ ਸੁਣ ਕੇ ਮਨ 'ਚ ਮੰਨ ਲਿਆ ਹੈ, ਨਾਮ ਨੂੰ ਮੰਨ ਕੇ ਉਹ ਸੁਖ ਪਾਉਣ ਵਾਲੇ ਬਣ ਗਏ। ਉਹਨਾਂ ਨੇ ਸੁਖ ਪ੍ਰਾਪਤ ਕਰ ਲਿਆ ਹੈ, ਆਤਮਿਕ ਸੁਖ, ਸਦਾ ਦਾ ਸੁਖ। ਮਾਝ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਅਗਲੀ ਅਸ਼ਟਪਦੀ ਉਚਾਰਨ ਕਰਦੇ ਹਨ। ਨਿਰਗੁਣ ਸਰਗੁਣ ਆਪੇ ਸੋਈ। ਮਾਝ ਮਹੱਲਾ ਤੀਜਾ। ਨਿਰਗੁਣ ਸਰਗੁਣ ਆਪੇ ਸੋਈ। ਮਾਇਆ ਦੇ ਤਿੰਨਾਂ ਗੁਣਾਂ ਤੋਂ ਬਗੈਰ ਜੋ ਸਰੂਪ ਹੈ ਵਾਹਿਗੁਰੂ ਦਾ, ਜਿੱਥੇ ਉਹਨੇ ਕੋਈ ਆਕਾਰ ਨਹੀਂ ਧਾਰਨ ਕੀਤਾ, ਉਹ ਆਪ ਹੀ ਹੈ।
ਤੇ ਸਰਗੁਣ ਮਾਇਆ ਦੇ ਤਿੰਨਾਂ ਗੁਣਾਂ ਸਮੇਤ ਜੋ ਸਰੂਪ ਹੈ, ਸਰੂਪ ਵਾਲਾ ਵੀ ਪ੍ਰਮਾਤਮਾ ਆਪ ਹੀ ਹੈ। ਉਹੀ ਜੋ ਨਿਰਗੁਣ ਹੈ ਉਹੀ ਸਰਗੁਣ ਹੋਇਆ, ਸ੍ਰਿਸ਼ਟੀ ਰਚ ਕੇ ਆਪ ਪ੍ਰਮਾਤਮਾ ਵਿੱਚ ਸਮਾਇਆ। ਇਸ ਕਰਕੇ ਮਾਇਆ ਦੇ ਤਿੰਨ ਗੁਣ ਵੀ ਆਪ ਹੀ ਧਾਰਨ ਕੀਤੇ ਹੋਏ ਨੇ। ਤਤ ਪਛਾਣੈ ਸੋ ਪੰਡਤ ਹੋਈ, ਜਿਹੜਾ ਇਸ ਤਤ ਰੂਪ ਵਾਹਿਗੁਰੂ ਦੇ ਸਰੂਪ ਨੂੰ ਪਛਾਣ ਲੈਂਦਾ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਨਿਰਗੁਣ ਆਪ ਸਰਗੁਣ ਪਿਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਜਿਹੜਾ ਇਸ ਤੱਤ ਨੂੰ, ਇਸ ਗਿਆਨ ਰੂਪੀ ਤੱਤ ਨੂੰ ਪਛਾਣ ਲੈਂਦਾ, ਸੋ ਪੰਡਤ ਹੋਈ। ਭਾਈ ਉਹ ਅਸਲ ਵਿਦਵਾਨ ਹੋਏਗਾ। ਆਪ ਤਰੈ ਸਗਲੇ ਕੁਲ ਤਾਰੈ, ਜਿਹੜਾ ਐਸਾ ਤੱਤ ਨੂੰ ਪਛਾਣਨ ਵਾਲਾ। ਕਿਉਂਕਿ ਪੰਡਤ ਸ਼ਬਦ ਦੇ ਅਰਥ ਹੀ ਇਹ ਨੇ। ਪੰਡਾ ਨਾਮ ਬੁੱਧੀ ਦਾ, ਤੱਤ ਨਾਮ ਸਿਧਾਂਤ ਦਾ। ਸਿਧਾਂਤ ਨੂੰ ਪਕੜ ਲੈਣ ਵਾਲੀ ਜਿਸ ਦੀ ਬੁੱਧ ਹੈ ਉਹ ਹੁੰਦਾ ਪੰਡਤ। ਪੰਡ ਤੱਤ ਇੱਥੋਂ ਬਣਿਆ ਸ਼ਬਦ ਪੰਡਤ। ਸੋ ਹਜ਼ੂਰ ਕਹਿੰਦੇ ਨੇ ਐਸਾ ਜੋ ਪੰਡਤ ਵਿਦਵਾਨ ਹੈ, ਕਿਉਂਕਿ ਹਜ਼ੂਰ ਨੇ ਪਰਿਭਾਸ਼ਾ ਦੱਸੀ ਹੈ, ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਆਪਣੇ ਮਨ ਨੂੰ ਜੋ ਸਮਝਾਉਂਦਾ। ਰਾਮ ਨਾਮ ਆਤਮ ਮੈਂ ਸੋਧਾ, ਆਪਣੇ ਮਨ ਦੇ ਅੰਦਰ ਰਾਮ ਦੇ ਨਾਮ ਨੂੰ ਸੋਧਦਾ, ਵਿਚਾਰਦਾ ਹੈ। ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਤ ਕੈ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਤ ਫਿਰ ਜੋਨ ਨ ਆਵੈ। ਵੇਦ ਪੁਰਾਨ ਸਿਮਰਤ ਬੂਝੈ ਮੂਲ, ਸੂਖਮ ਮਹਿ ਜਾਣੈ ਅਸਥੂਲ। ਚਹੁ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਆਦੇਸ਼। ਜਾਂ ਇੰਝ ਵੀ ਹਜ਼ੂਰ ਨੇ ਕਿਹਾ, ਸੋ ਪੰਡਤ ਜੋ ਤੇਹਾਂ ਗੁਣਾ ਕੀ ਪੰਡ ਉਤਾਰੈ। ਸੋ ਇੱਥੇ ਵੀ ਹਜ਼ੂਰ ਕਹਿ ਰਹੇ ਨੇ ਕਿ ਤੱਤ ਪਛਾਣੈ ਸੋ ਪੰਡਤ ਹੋਈ। ਭਾਈ ਜਿਹੜਾ ਤੱਤ ਨੂੰ, ਪਰਮਾਤਮਾ ਦੀ ਜੋਤ ਰੂਪ ਤੱਤ ਨੂੰ ਪਛਾਣ ਲੈਂਦਾ ਹੈ ਉਹੀ ਪੰਡਤ ਹੋਵੇਗਾ। ਆਪ ਤਰੈ ਸਗਲੇ ਕੁਲ ਤਾਰੈ, ਜਿਹੜਾ ਐਸਾ ਪੰਡਤ ਆ ਉਹ ਆਪ ਸੰਸਾਰ ਸਮੁੰਦਰ ਤੋਂ ਤਰਦਾ ਹੈ ਤੇ ਆਪਣੇ ਸਾਰੇ ਕੁਲ ਵੀ ਤਾਰ ਲੈਂਦਾ ਹੈ। ਹਰ ਨਾਮ ਮਨ ਵਸਾਵਣਿਆ, ਪਰ ਕਿਹੋ ਜਿਹਾ ਹੋਵੇਗਾ ਜੀ ਉਹ? ਮਹਾਰਾਜ ਕਹਿੰਦੇ ਨੇ ਉਹ ਹਰੀ ਦੇ ਨਾਮ ਨੂੰ ਮਨ 'ਚ ਮੰਨ ਕੇ ਤੇ ਮਨ 'ਚ ਵਸਾਉਣ ਵਾਲਾ ਹੋਵੇਗਾ। ਪਰਮਾਤਮਾ ਦੇ ਨਾਮ ਨੂੰ ਜਿਹਨੇ ਪਕੜ ਲਿਆ, ਵਿਦਿਆ ਪੜ੍ਹ ਕੇ ਤੇ ਮਨ 'ਚ ਵਸਾ ਲਿਆ, ਧਾਰਨ ਕਰ ਲਿਆ। ਹਉ ਵਾਰੀ ਜੀਓ ਵਾਰੀ, ਹਰ ਰਸ ਚਖ ਸਾਧ ਪਾਵਣਿਆ। ਮੈਂ ਸਦਕੇ ਆਪਣੀ ਜਿੰਦ ਕੁਰਬਾਨ ਕਰਦਿਆਂ ਬਲਿਹਾਰ ਜਾਵਾਂ, ਵਾਰਨੇ ਫੇਰਨੇ ਜਾਵਾਂ ਉਹਨਾਂ ਤੋਂ ਜੋ ਹਰੀ ਪਰਮਾਤਮਾ ਦੇ ਰਸ ਨੂੰ, ਆਨੰਦ ਨੂੰ ਜਿਨ੍ਹਾਂ ਚਖ ਲਿਆ, ਆਪਣੀ ਬੁੱਧੀ ਰੂਪੀ ਜੀਭ ਦੇ ਨਾਲ ਚਖਿਆ ਤੇ ਸਾਧ ਪਾਵਣਿਆ। ਅਸਲੀ ਜਿਹੜਾ ਸਵਾਦ ਹੈ ਨਾ ਇਸ ਵਾਹਿਗੁਰੂ ਦੇ ਨਾਮ ਰਸ ਦਾ, ਉਹਨਾਂ ਨੇ ਪ੍ਰਾਪਤ ਕੀਤਾ, ਉਹਨਾਂ ਤੋਂ ਬਲਿਹਾਰ ਜਾਈਏ। ਹਰ ਰਸ ਚਖ ਹੈ ਸੇ ਜਨ ਨਿਰਮਲ, ਜਿਨ੍ਹਾਂ ਨੇ ਅਸਲ ਮਹਿਨਿਆਂ 'ਚ ਵਾਹਿਗੁਰੂ ਪਰਮਾਤਮਾ ਦੇ ਨਾਮ ਰਸ ਨੂੰ ਚਖਿਆ, ਚਖ ਲੈਂਦੇ ਹਨ। ਸੇ ਜਨ ਨਿਰਮਲ, ਉਹ ਜਨ ਨਿਰਮਲ ਉਜਲ ਤੇ ਪਵਿੱਤਰ ਹੋ ਜਾਂਦਾ ਹੈ। ਨਿਰਮਲ ਨਾਮ ਧਿਆਵਣਿਆ, ਉਹ ਫਿਰ ਉਜਲ ਨਿਰਮਲ ਪਵਿੱਤਰ ਜੋ ਵਾਹਿਗੁਰੂ ਦਾ ਨਾਮ ਹੈ ਇਹਨੂੰ ਧਿਆਨ ਵਿੱਚ ਲਿਆਉਂਦੇ ਨੇ, ਧਿਆਉਂਦੇ ਹੀ ਰਹਿੰਦੇ, ਸਿਮਰਦੇ ਹੀ ਰਹਿੰਦੇ ਹਨ। ਉਹਨਾਂ ਦਾ ਧਿਆਨ ਵਾਹਿਗੁਰੂ ਦਾ ਨਾਮ ਹੈ। ਰਹਾਉ ਸੋ ਨਿਹਕਰਮੀ ਜੋ ਸ਼ਬਦ ਵਿਚਾਰੇ, ਉਹ ਵਿਅਕਤੀ ਨਿਸ਼ਕਰਮੀ ਹੋ ਗਿਆ। ਕਰਮ ਕਰਤ ਹੋਵੈ ਨਿਹਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਯਾਨੀ ਕਿ ਹੰਗਤਾ ਜਾਂ ਇੱਛਾ ਰੱਖ ਕੇ ਉਹ ਕਰਮ ਨਹੀਂ ਕਮਾਉਂਦਾ, ਨਿਸ਼ਕਰਮੀ ਹੈ। ਸੁਤੇ ਸਿੱਧ, ਜਿਵੇਂ ਬਚਨ ਕੀਤਾ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹ ਜਿਹੜੇ ਕਰਮ ਕਰਦਾ ਹੈ ਉਹਦੇ 'ਚ ਉਹਦੀ ਆਪਣੀ ਕੋਈ ਮਰਜ਼ੀ ਜਾਂ ਆਪਣੀ ਇੱਛਾ ਜਾਂ ਹੰਗਤਾ ਨਹੀਂ ਹੁੰਦੀ ਕਿ ਮੈਂ ਇਹ ਕਰਮ ਕਮਾ ਰਿਹਾ ਤੇ ਮੈਨੂੰ ਇਹ ਮਿਲਣਾ ਚਾਹੀਦਾ ਇਸ ਕਰਮ ਦਾ ਫਲ। ਉਸ ਚੌਥੇ ਪਦ ਵਿੱਚ ਇਹ ਇੱਛਾ ਨਹੀਂ ਹੁੰਦੀ, ਨਾ ਹੰਗਤਾ ਹੁੰਦੀ ਹੈ। ਸੁਤੇ ਸਿੱਧ ਵਾਹਿਗੁਰੂ ਦੇ ਹੁਕਮ ਦੇ ਅੰਦਰ ਰੱਬ ਦੇ ਪਿਆਰੇ ਕਾਰ ਕਮਾਉਂਦੇ ਨੇ, ਇੰਝ ਸਮਝ ਕੇ ਕਿ ਪ੍ਰਮਾਤਮਾ ਹੀ ਕਰ ਕਰਾ ਰਿਹਾ। ਜਿਹੜਾ ਗੁਰੂ ਦੇ ਸ਼ਬਦ ਨੂੰ ਅਥਵਾ ਸ਼ਬਦ ਬ੍ਰਹਮ ਨੂੰ ਵਿਚਾਰਦਾ ਹਿਰਦੇ ਅੰਦਰ ਕਿ ਬ੍ਰਹਮ ਹੀ ਬ੍ਰਹਮ ਹੈ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਉਹ ਨਿਹਕਰਮੀ ਹੋ ਜਾਂਦਾ। ਕਰਮ ਕਰਤ ਹੋਵੈ ਨਿਹਕਰਮ। ਇਸ ਪ੍ਰਕਾਰ ਅੰਤਰ ਤਤ ਗਿਆਨ ਹਉਮੈ ਮਾਰੇ, ਉਸ ਦੇ ਅੰਦਰ ਤੱਤਵ ਗਿਆਨ, ਜਿਹੜਾ ਅਸਲ ਨਿਰਾਵਰਨ ਗਿਆਨ ਹੈ ਨਾ, ਅੰਦਰੋਂ ਅਨੁਭਵੀ ਗਿਆਨ, ਉਹ ਪ੍ਰਾਪਤ ਹੁੰਦਾ ਉਸ ਨੂੰ, ਤੱਤ ਦਾ ਗਿਆਨ, ਤੇ ਹਉਮੈ ਨੂੰ ਮਾਰ ਲੈਂਦਾ। ਨਾਮ ਪਦਾਰਥ ਨੌ ਨਿਧ ਪਾਏ,
ਵਾਹਿਗੁਰੂ ਜੀ ਦਾ ਨਾਮ ਹੀ ਵੱਡਾ ਮਹਾਨ ਉਤਕ੍ਰਿਸ਼ਟ ਪਦਾਰਥ ਹੈ। ਇਹ ਨਾਮ ਹੀ 9 ਨਿੱਧਾਂ ਦਾ, 9 ਖਜ਼ਾਨਿਆਂ ਦਾ ਵਾਰਸ ਹੈ। ਇਸ ਨਾਮ ਦੇ ਵਿੱਚ ਹੀ 9 ਖਜ਼ਾਨੇ ਨੇ। ਨਾਮ ਰੂਪੀ ਪਦਾਰਥ ਇਹ 9 ਖਜ਼ਾਨਿਆਂ ਰੂਪ 'ਚ ਉਹ ਪ੍ਰਾਪਤ ਕਰਦਾ। ਤ੍ਰੈ ਗੁਣ ਮੇਟ ਸਮਾਵਣਿਆ, ਮਾਇਆ ਦੇ 3 ਸੁਭਾਵਾਂ ਨੂੰ ਆਪਣੇ ਮਨ ਵਿੱਚੋਂ ਮੇੜ ਦਿੰਦਾ। ਨਾ ਰਾਜਸੀ ਸੁਭਾਅ, ਨਾ ਤਮੋ ਬਿਰਤੀ, ਨਾ ਸਤੋ ਗੁਣੀ, ਕਿਉਂਕਿ ਫਲ ਭੋਗਣ ਦੀ ਇੱਛਾ ਹੀ ਕੋਈ ਨਹੀਂ। 3 ਗੁਣਾਂ ਨੂੰ, ਮਾਇਆ ਦੇ 3 ਸੁਭਾਵਾਂ ਨੂੰ ਮੇਟ ਕੇ ਵਾਹਿਗੁਰੂ ਵਿੱਚ ਹੀ ਸਮਾ ਜਾਂਦਾ ਹੈ। ਹਉਮੈ ਕਰੈ ਨਿਸ਼ਕਰਮੀ ਨਾ ਹੋਵੈ। ਹੰਗਤਾ ਜੋ ਕਰਦਾ ਹੈ, ਧਾਰਨ ਕਰਦਾ ਹੈ, ਉਹ ਨਿਸ਼ਕਰਮੀ ਨਹੀਂ ਹੁੰਦਾ। ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਹੰਗਤਾ ਵਿੱਚ ਹੈ ਕਿ ਨਹੀਂ। ਸਮਝਦਾਰ ਸਮਝ ਲੈਂਦੇ ਨੇ। ਜਿਹੜਾ ਹੰਗਤਾ ਮਮਤਾ ਕਰਦਾ ਹੈ, ਮੈਂ ਵੱਡਾ ਹੋ ਜਾਵਾਂ, ਐਸੀ ਇੱਛਾ ਮੈਂ ਕਰ ਰਿਹਾ ਹਾਂ, ਉਹ ਨਿਸ਼ਕਰਮੀ ਨਹੀਂ ਹੁੰਦਾ ਹੈ। ਗੁਰ ਪ੍ਰਸਾਦੀ ਹਉਮੈ ਖੋਵੈ। ਅਤੇ ਹਉਮੈ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਹੀ ਨਾਸ਼ ਹੁੰਦੀ ਹੈ। ਆਪਣੇ ਆਪ 'ਚ ਅਸੀਂ ਹਉਮੈ ਵੀ ਨਾਸ਼ ਨਹੀਂ ਕਰ ਸਕਦੇ। ਗੱਲਾਂ ਬਾਤਾਂ ਨਾਲ ਲੋਕ ਬੜੀਆਂ ਕਹਿ ਦਿੰਦੇ, ਗੱਲਾਂ ਮਾਰਦੇ ਨੇ ਡੀਂਗਾਂ, ਅਤੇ ਅਸੀਂ ਤਾਂ ਹਉਮੈ ਨਹੀਂ ਕਰਦੇ ਜੀ, ਫਲਾਣਾ ਬੜਾ ਹੰਕਾਰੀ ਹੈ। ਇਹ ਕਹਿਣਾ ਵੀ ਕਿ ਅਸੀਂ ਹੰਗਤਾ ਨਹੀਂ ਕਰਦੇ, ਵੀ ਹਉਮੈ ਹੀ ਹੈ। ਜਦੋਂ ਹਉਮੈ ਮਰ ਜਾਂਦੀ ਹੈ ਤਾਂ ਫਿਰ ਹਿਰਦਾ ਬਿਲਕੁਲ ਸਵੱਛ, ਨਿਰਮਲ, ਉਜਲ ਅਤੇ ਇੱਕ ਰਸ ਬਣ ਜਾਂਦਾ। ਗੁਰ ਪ੍ਰਸਾਦੀ ਹਉਮੈ ਖੋਵੈ। ਗੁਰੂ ਦੀ ਕਿਰਪਾ ਨਾਲ ਹੀ ਕੋਈ ਹਉਮੈ ਨੂੰ ਨਾਸ਼ ਕਰਦਾ। ਅੰਤਰ ਵਿਵੇਕ ਸਦਾ ਆਪ ਵਿਚਾਰੇ। ਅੰਤਰ ਉਹਦੇ ਹਿਰਦੇ ਦੇ ਅੰਦਰ ਬਿਬ ਏਕ, ਬਿਬ 2 ਅਤੇ ਏਕ, 2 ਨੂੰ ਅਲਪਗਤਾ ਜਿਹੜੀ ਆਤਮਾ ਦੀ ਅਤੇ ਪਰਮਾਤਮਾ ਦੀ ਸਰਬਗਤਾ, ਆਪਣੀ ਜੋਤੀ ਨੂੰ ਪਰਮ ਜੋਤੀ 'ਚ ਲੀਨ ਕਰ ਦਿੰਦਾ। ਦੋਵਾਂ ਦਾ ਇੱਕ ਰੂਪ। ਉਹੀ ਪਰਮਾਤਮਾ ਜੋ ਪਰਮ ਹੈ, ਮਹਾਨ ਹੈ, ਉਹੀ ਮੇਰੇ ਹਿਰਦੇ ਅੰਦਰ ਹੈ। ਸੋ ਜੋ ਜੋਤੀ ਸਰੂਪ ਹੈ, ਉਹੀ ਜੋਤ ਰੂਪ ਹੋ ਕੇ ਮੇਰੇ ਅੰਦਰ ਹੈ। ਸੋ ਇਸ ਤਰ੍ਹਾਂ ਜੀਵ ਈਸ਼ ਦੀ ਏਕਤਾ ਦਾ ਗਿਆਨ, ਉਸ ਦੇ ਅੰਦਰ ਇਹ ਵਿਵੇਕ ਹੁੰਦਾ ਹੈ। ਜਾਂ ਵਿਵੇਕ ਦਾ ਅਰਥ ਤੱਤ ਮਿੱਥਿਆ ਦਾ ਵਿਵੇਚਨ ਕਰਨਾ ਵੀ ਕਹਿੰਦੇ ਨੇ। ਜਿਵੇਂ ਹੰਸ ਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ, ਉਹਦੇ ਅੱਗੇ ਦੁੱਧ ਰੱਖ ਦਿਓ ਅਤੇ ਚੁੰਝ ਵਿੱਚ ਪਾਏ ਦਹੀਂ ਦੇ ਫੁੱਟ ਵੱਖਰੇ ਅਤੇ ਪਾਣੀ ਵੱਖਰਾ ਹੋ ਜਾਂਦਾ। ਇਸ ਤਰ੍ਹਾਂ ਹੀ ਸਾਰੇ ਸੰਸਾਰ 'ਚ ਪਰਮਾਤਮਾ ਦੀ ਜੋਤ ਨੂੰ ਜਾਣ ਲੈਣਾ ਅਤੇ ਬਾਕੀ ਜੜ ਚੀਜ਼ ਨੂੰ ਮਨ 'ਚੋਂ ਤਿਆਗਣਾ। ਜਿਹੜੇ ਜੜ ਸਰੀਰ ਨੇ, ਇਹਨਾਂ ਦੇ ਵਖਰੇਵਾਂ, ਭੇਦ, ਫਰਕ, ਇਹ ਤਿਆਗ ਦੇਣ। ਇਸ ਤਰ੍ਹਾਂ ਦਾ ਅੰਦਰ ਵਿਵੇਕ ਹੁੰਦਾ ਹੈ ਅਤੇ ਸਦਾ ਵਾਸਤੇ ਆਪਾ ਜਿਹੜਾ ਹੰਕਾਰ ਹੈ ਨਾ, ਆਪਣਾ ਆਪ, ਉਸ ਨੂੰ ਵਿਚਾਰਦੇ। ਗੁਰ ਸ਼ਬਦੀ ਗੁਣ ਗਾਵਣਿਆ, ਅਤੇ ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਨੂੰ, ਪਰਮਾਤਮਾ ਦੀਆਂ ਖੂਬੀਆਂ ਨੂੰ, ਵਾਹਿਗੁਰੂ ਦੀ ਸਿਫਤ ਸਲਾਹ ਨੂੰ ਉਹ ਉਚਾਰਦੇ ਹਨ, ਗਾਉਂਦੇ ਹਨ। ਹਰ ਸਰ ਸਾਗਰ ਨਿਰਮਲ ਸੋਈ। ਹਰੀ ਪਰਮਾਤਮਾ ਹੀ ਵੱਡਾ ਸਰੋਵਰ ਹੈ, ਮਾਨੋ ਮਾਨ ਸਰੋਵਰ ਹੈ। ਹਰੀ ਪਰਮਾਤਮਾ ਹੀ ਸਾਗਰ ਭਾਵ ਸਮੁੰਦਰ ਹੈ, ਔਰ ਉਹੀ ਪਰਮਾਤਮਾ ਨਿਰਮਲ, ਉਜਲ ਅਤੇ ਸ਼ੁੱਧ ਸਰੂਪ ਹੈ। ਸੰਤ ਚੁਗਹਿ ਨਿਤ ਗੁਰਮੁਖ ਹੋਈ। ਗੁਰਮੁਖ ਹੋ ਕੇ ਜਿਹੜੇ ਸੰਤ ਲੋਕ ਨੇ, ਉਹ ਵਾਹਿਗੁਰੂ ਰੂਪੀ ਸਰੋਵਰ ਸਮੁੰਦਰ ਦੇ ਕਿਨਾਰੇ 'ਤੇ ਸੁੱਚੇ ਮੋਤੀ ਸ਼ੁਭ ਗੁਣਾ ਰੂਪੀ ਰਤਨਾਂ ਨੂੰ ਚੁਗਦੇ ਨੇ। ਸੋ ਇਸ ਪ੍ਰਕਾਰ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ, ਸਾਗਰ ਮੈਂ ਹੰਸ ਪ੍ਰਾਣ ਪਤ ਪਾਵੈ। ਇਸ ਪ੍ਰਕਾਰ ਗੁਰਮੁਖ ਪਿਆਰਿਆਂ ਨੂੰ ਹੰਸ ਨਾਲ ਤਸ਼ਬੀਹ ਦਿੱਤੀ ਹੈ ਅਤੇ ਮਨਮੁਖ ਨੂੰ ਬਗਲਿਆਂ ਨਾਲ ਤਸ਼ਬੀਹ ਦਿੱਤੀ ਹੈ। ਹਜ਼ੂਰ ਕਹਿੰਦੇ ਨੇ, ਇਸ਼ਨਾਨ ਕਰਹਿ ਸਦਾ ਦਿਨ ਰਾਤੀ। ਗੁਰੂ ਰੂਪੀ, ਪਰਮੇਸ਼ਰ ਰੂਪੀ ਸਰੋਵਰ ਸਾਗਰ ਦੇ ਵਿੱਚ ਉਹ ਦਿਨੇ ਰਾਤ ਮਾਨੋ ਇਸ਼ਨਾਨ ਕਰਦੇ ਨੇ, ਟੁੱਬੀਆਂ ਲਾਉਂਦੇ ਨੇ। ਉਸ ਵਾਹਿਗੁਰੂ ਦੇ ਨਾਲ ਅਭੇਦਤਾ ਦਾ ਆਨੰਦ ਮਾਣਦੇ ਨੇ। ਹਉਮੈ ਮੈਲ ਚੁਕਾਵਣਿਆ। ਪਰ ਜਿਹੜੇ ਆਪਣੇ ਅੰਦਰੋਂ ਹੰਗਤਾ ਮਮਤਾ ਦੀ ਮੈਲ ਨੂੰ ਦੂਰ ਕਰ ਲੈਂਦੇ ਹਨ, ਨਿਰਮਲ ਹੰਸਾ ਪ੍ਰੇਮ ਪਿਆਰ, ਉਹ ਗੁਰਮੁਖ ਪਿਆਰਾ ਹੰਸ ਦੀ ਨਿਆਈ ਵਾਹਿਗੁਰੂ ਦੇ ਪ੍ਰੇਮ ਅਤੇ ਪਿਆਰ ਦੁਆਰਾ ਨਿਰਮਲ, ਉਜਲ, ਪਵਿੱਤਰ ਹੰਸ ਵਰਗਾ ਬਣ ਗਿਆ। ਜਿਵੇਂ ਹੰਸ ਦੇ ਖੰਭ ਚਿੱਟੇ ਐਨ ਦੁਧੀਆ ਰੰਗ ਦਾ ਹੁੰਦਾ। ਹਰ ਸਰ ਵਸੈ ਹਉਮੈ ਮਾਰ। ਔਰ ਖੰਭ ਬਗਲੇ ਦੇ ਵੀ ਚਿੱਟੇ ਹੁੰਦੇ ਨੇ, ਪਰ ਬਾਹਰੀ ਤੌਰ 'ਤੇ ਖੰਭ ਚਿੱਟੇ, ਅੰਦਰ ਉਹਦੇ ਮੱਛੀਆਂ ਡੱਡੀਆਂ ਪਕੜਨ ਦੀ ਤੀਬਰ ਇੱਛਾ।
ਪਰ ਜਿਹੜਾ ਹੰਸ ਹੈ ਉਹ ਬਾਹਰੋਂ ਜਿੱਥੇ ਚਿੱਟਾ, ਅੰਦਰ ਵੀ ਉਹਦੇ ਸੁੱਚੇ ਮੋਤੀਆਂ ਦੀ ਚੋਗ ਚੁਗਣ ਦੀ ਹੈ ਲਾਲਸਾ, ਹੋਰ ਉਹਨੂੰ ਡੱਡੀਆਂ ਮੱਛੀਆਂ ਨਾਲ ਕੰਮ ਕੋਈ ਨਹੀਂ। ਇਸ ਤਰ੍ਹਾਂ ਬਗਲੇ ਦਾ ਆਸਣ ਜਾਂ ਟਿਕਾਣਾ ਛਪੜੀਆਂ ਦਾ ਕਿਨਾਰਾ ਹੈ, ਹੰਸ ਦੀ ਪਹੁੰਚ ਮਾਨ ਸਰੋਵਰ ਤੱਕ ਹੈ। ਵਾਹਿਗੁਰੂ ਦੇ ਪ੍ਰੇਮ ਤੇ ਪਿਆਰ ਵਿੱਚ ਉਹ ਨਿਰਮਲ ਹੰਸ ਵਰਗੇ ਬਣੇ ਹੋਏ ਨੇ। ਹਰ ਸਰ ਵਸਾ ਹਉਮੈ ਮਾਰੋ, ਗੁਰਮੁਖ ਪਿਆਰਾ ਹਰੀ ਰੂਪੀ ਸਰੋਵਰ ਤੇ ਵਸਦਾ ਹੈ, ਆਪਣੇ ਅੰਦਰੋਂ ਹੰਗਤਾ ਮਮਤਾ ਨੂੰ ਮਾਰ ਕੇ। ਐਹਨਿਸ ਪ੍ਰੀਤ ਸ਼ਬਦ ਸਾਚਾ, ਗੁਰੂ ਦੇ ਸੱਚੇ ਉਪਦੇਸ਼ ਦੁਆਰਾ, ਗੁਰੂ ਕੀ ਬਾਣੀ ਅੰਮ੍ਰਿਤਮਈ ਸ਼ਬਦ ਦੁਆਰਾ ਸੱਚ ਸਰੂਪ ਅਕਾਲ ਪੁਰਖ ਨਾਲ ਰਾਤ ਦਿਨ, ਦਿਨ ਤੇ ਰਾਤ ਉਸ ਦੇ ਅੰਦਰ ਪ੍ਰੀਤ ਲੱਗ ਗਈ। ਉਹ ਰਾਤ ਦਿਨ, ਦਿਨ ਰਾਤ ਪ੍ਰਮਾਤਮਾ ਦੀ ਪ੍ਰੀਤ ਵਿੱਚ ਜਿਉਂਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ। ਹਰ ਸਰ ਵਾਸਾ ਪਾਵਣਿਆ, ਉਹ ਐਸਾ ਵਿਅਕਤੀ ਹੈ ਕਿ ਹਰੀ ਪ੍ਰਮਾਤਮਾ ਰੂਪੀ ਸਾਰ ਸਰੋਵਰ ਤੇ ਵਾਸਾ ਪ੍ਰਾਪਤ ਕੀਤਾ ਹੋਇਆ ਉਸਨੇ। ਵਾਹਿਗੁਰੂ ਨੂੰ ਛੱਡ ਕੇ ਕਿਧਰੇ ਨਹੀਂ ਜਾਂਦਾ। ਮਨਮੁਖ ਸਦਾ ਬੱਗ ਮੈਲਾ ਹਉਮੈ ਮਲ ਲਾਈ, ਜੋ ਮਨਮੁਖ ਹੈ, ਮਨ ਦੇ ਪਿੱਛੇ ਲੱਗਣ ਵਾਲਾ, ਉਹ ਸਦਾ ਵਾਸਤੇ ਮੈਲਾ ਬਗਲਾ ਹੈ। ਖੰਭ ਤੇ ਭਾਵੇਂ ਦੁਧੀਆ ਰੰਗ ਦੇ ਚਿੱਟੇ ਲਿਬਾਸ ਜਿਸ ਤਰ੍ਹਾਂ ਦੇ ਮਰਜ਼ੀ ਧਾਰ ਲੈਣ, ਜੋ ਅੰਦਰੋਂ ਮਨਮੁਖ ਹੈ ਉਹ ਸਦਾ ਵਾਸਤੇ ਬਗਲਾ ਹੀ ਹੈ ਤੇ ਮੈਲਾ ਹੀ ਹੈ, ਅੰਦਰੋਂ ਮੈਲਾ। ਹਉਮੈ ਮਲ ਲਾਈ, ਕਿਉਂਕਿ ਆਪਣੇ ਮਨ ਦੇ ਤਾਈਂ ਉਸਨੇ ਹੰਗਤਾ ਮਮਤਾ ਦੀ ਮੈਲ ਚੰਬੇੜੀ ਹੋਈ ਹੈ। ਇਸ਼ਨਾਨ ਕਰੈ ਪਰ ਮੈਲ ਨਾ ਜਾਈ, ਉਹ ਭਾਵੇਂ ਤੀਰਥਾਂ ਦੇ ਜਾ ਕੇ ਸਰੀਰਕ ਤੌਰ 'ਤੇ ਇਸ਼ਨਾਨ ਕਰਦਾ ਹੈ, ਪਰ ਉਹ ਮਨ ਦੀ ਮੈਲ ਜਾਂਦੀ ਨਹੀਂ, ਦੂਰ ਨਹੀਂ ਹੁੰਦੀ। ਜੀਵਤ ਮਰੈ ਗੁਰ ਸ਼ਬਦ ਵਿਚਾਰੈ, ਜਿਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਉਹ ਜਿਉਂਦਾ ਹੀ ਜੀਵਤ ਭਾਵ ਤੋਂ ਹੰਕਾਰ ਵੱਲੋਂ ਮਰ ਜਾਂਦਾ ਹੈ। ਉਸਨੇ ਆਪਣਾ ਹੰਕਾਰ ਮਾਰ ਲਿਆ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਹਉਮੈ ਮੈਲ ਚੁਕਾਵਣਿਆ, ਆਪਣੇ ਅੰਦਰੋਂ ਹੰਗਤਾ ਮਮਤਾ ਦੀ, ਮੇਰ ਦੀ ਤੇ ਹਉ ਹੰਗਤਾ ਦੀ, ਹੰਕਾਰ ਦੀ ਮੈਲ ਨੂੰ ਦੂਰ ਕਰ ਲੈਂਦਾ ਹੈ। ਰਤਨ ਪਦਾਰਥ ਘਰ ਤੇ ਪਾਇਆ, ਜਿਹੜਾ ਸਾਡਾ ਘਰ ਹੈ ਹਿਰਦਾ, ਇੱਥੇ ਰਤਨ ਪਦਾਰਥ ਸੀ। ਜਿਵੇਂ ਧਰਤੀ ਵਿੱਚੋਂ ਅੰਮ੍ਰਿਤ ਵਰਗੀਆਂ ਚੀਜ਼ਾਂ ਵੀ ਉੱਗਦੀਆਂ ਨੇ ਤੇ ਜ਼ਹਿਰ ਵੀ, ਜ਼ਹਿਰੀਲੀਆਂ ਬੂਟੀਆਂ ਵੀ ਉੱਗਦੀਆਂ। ਧਰਤੀ 'ਚੋਂ ਗੁਣ ਕਰਕੇ ਕਈ ਪਦਾਰਥਾਂ ਤੋਂ ਜ਼ਹਿਰ ਬਣਦੀ ਹੈ। ਸੋ ਇਸ ਪ੍ਰਕਾਰ ਘਰ ਜਿਹੜਾ ਸਾਡਾ ਸਰੀਰ ਹੈ, ਇੱਥੇ ਹਿਰਦਾ, ਹਿਰਦੇ ਜਿੱਥੇ ਵਿਸ਼ੇ ਵਿਕਾਰ ਆਦਿਕ ਬੈਠੇ, ਉੱਥੇ ਰਤਨ ਪਦਾਰਥ ਵੀ ਹੈ। ਰਤਨ ਪਦਾਰਥ ਵੈਰਾਗ, ਗਿਆਨ, ਨਾਮ, ਇਹ ਸਾਰਾ ਕੁਝ ਘਰ ਹਿਰਦੇ ਅੰਦਰ ਹੀ ਹੈ। ਇੱਥੋਂ ਹੀ ਕਿਹਨੇ ਪ੍ਰਾਪਤ ਕੀਤਾ? ਗੁਰਮੁਖ ਨੇ। ਪਰ ਕਿਸ ਤਰ੍ਹਾਂ ਕਿਹਨੇ ਪ੍ਰਾਪਤ ਕੀਤਾ? ਪੂਰਾ ਸਤਿਗੁਰ ਸ਼ਬਦ ਸੁਣਾਇਆ, ਜਿਸ ਦੇ ਤਾਈਂ ਪੂਰਨ ਸਤਿਗੁਰੂ ਮਿਲੇ ਹਨ। ਅਤੇ ਪੂਰਨ ਸਤਿਗੁਰਾਂ ਨੇ ਆਪਣਾ ਸ਼ਬਦ, ਆਪਣਾ ਉਪਦੇਸ਼ ਉਸ ਨੂੰ ਸੁਣਾਇਆ ਹੈ। ਉਹਨੇ ਹਿਰਦੇ ਰੂਪੀ ਘਰ ਵਿੱਚੋਂ ਰਤਨ ਪਦਾਰਥ ਲੱਭ ਲਿਆ। ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਗੁਰੂ ਦੇ ਸ਼ਬਦ ਦੇ ਚਾਨਣ ਨਾਲ ਗੁਰੂ ਦੀ ਪ੍ਰਸਾਦ ਕਿਰਪਾ ਵਰਤੀ ਔਰ ਅੰਦਰੋਂ ਹਨੇਰਾ ਮਿਟ ਗਿਆ ਹੈ। ਮਿਟਿਆ ਅੰਧੇਰਾ ਚੰਦ ਚੜ੍ਹਿਆ, ਗੁਰ ਪ੍ਰਸਾਦ ਸਹਿਜ ਘਰ ਪਾਇਆ, ਮਿਟਿਆ ਅੰਧੇਰਾ ਚੰਦ ਚੜ੍ਹਿਆ। ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣ ਆਪ ਪਛਾਨਣਿਆ। ਜਦੋਂ ਸਤਿਗੁਰੂ ਜੀ ਨੇ ਘਟ ਹਿਰਦੇ 'ਚ ਚਾਨਣ ਬਖੇਰ ਦਿੱਤਾ, ਚਾਨਣ ਕਰ ਦਿੱਤਾ, ਅਤੇ ਉਸ ਚਾਨਣ ਦੇ ਆਸਰੇ ਆਪ ਪਛਾਨਣਿਆ। ਆਪਣੇ ਸਰੂਪ ਨੂੰ ਉਹਨਾਂ ਨੇ ਪਛਾਣ ਲਿਆ, ਆਪਣੇ ਸਰੂਪ ਨੂੰ ਪਛਾਣਨ ਵਾਲੇ ਬਣ ਗਏ। ਆਪ ਉਪਾਏ ਤੈ ਆਪੇ ਵੇਖੈ, ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਆਪ ਹੀ ਉਪਾਏ ਪੈਦਾ ਕਰਦਾ, ਰਚਦਾ ਸਾਰੀ ਸ੍ਰਿਸ਼ਟੀ ਨੂੰ। ਤੈ ਆਪੇ ਵੇਖੈ, ਤੈ ਅਤੇ ਆਪ ਹੀ ਵੇਖਿਆ ਦਾ ਮਤਲਬ ਸੰਭਾਲ ਕਰਦਾ, ਧਿਆਨ ਰੱਖਦਾ ਸਾਰੀ ਸ੍ਰਿਸ਼ਟੀ ਦਾ। ਸਭ ਨੂੰ ਰਿਜ਼ਕ ਜੂ ਪਹੁੰਚਾਉਣਾ ਆਇਆ, ਸਭ ਦੀ ਦੇਖਭਾਲ ਕਰਨੀ, ਸਾਰ ਸੰਭਾਲ ਕਰਦਾ। ਸਤਿਗੁਰ ਸੇਵੈ ਸੋ ਜਨ ਲੇਖੈ, ਪਰ ਇਸ ਸ੍ਰਿਸ਼ਟੀ ਵਿੱਚੋਂ ਉਹ ਵਿਅਕਤੀ ਜੋ ਪੂਰੇ ਸਤਿਗੁਰੂ ਨੂੰ ਸੇਵਦਾ ਹੈ, ਸਤਿਗੁਰੂ ਦੀ ਸੇਵਾ ਸ਼ਰਧਾ ਭਾਵਨੀ ਟਹਿਲ ਕਮਾਉਂਦਾ ਹੈ, ਸੋ ਜਨ ਲੇਖੈ, ਉਹ ਜਨ ਸੇਵਕ ਭਗਤ ਰੱਬ ਦਾ ਬੰਦਾ ਲੇਖੇ 'ਚ ਪੈਂਦਾ, ਯਾਨੀ ਪ੍ਰਵਾਨ ਚੜ੍ਹ ਜਾਂਦਾ, ਉਹਦਾ ਜੀਵਨ ਸਫਲਾ ਹੋ ਜਾਂਦਾ, ਪਰਮਾਤਮਾ ਦੇ ਦਰ 'ਤੇ ਕਬੂਲ ਪੈਂਦਾ। ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋਈ ਹੈ, ਉਹਨਾਂ ਨੇ ਕਿਰਪਾ ਦੁਆਰਾ ਨਾਮ ਪ੍ਰਾਪਤ ਕੀਤਾ,
ਤੇ ਫਿਰ ਨਾਮ ਉਸ ਦੇ ਹਿਰਦੇ ਅੰਦਰ ਹੀ ਵਸ ਜਾਂਦਾ ਹੈ। ਜਿਸ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੀ ਕਿਰਪਾ ਦੁਆਰਾ ਉਹ ਇਹ ਦਾਤ ਪ੍ਰਾਪਤ ਕਰਦਾ ਹੈ ਕਿ ਵਾਹਿਗੁਰੂ ਦਾ ਨਾਮ ਦਿਨੇ ਰਾਤ 8 ਪਹਿਰ ਘਟ ਹਿਰਦੇ ਦੇ ਅੰਦਰ ਵਸਿਆ ਰਹਿੰਦਾ। ਮਾਝ ਮਹੱਲਾ ਤੀਜਾ। ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਗਲੀ ਅਸ਼ਟਪਦੀ ਉਚਾਰਨ ਕਰਦੇ ਹਨ। ਮਾਇਆ ਮੋਹ ਜਗਤ ਸੁਭਾਇਆ। ਸਾਰਾ ਜੋ ਜਗਤ ਰਚਿਆ ਪ੍ਰਮਾਤਮਾ ਨੇ, ਸਭ ਦੇ ਉੱਪਰ ਮਾਇਆ ਦਾ ਮੋਹ ਭਾਰੀ ਹੈ, ਪ੍ਰਬਲ ਹੈ। ਸਾਰੇ ਜਗਤ ਤੇ ਮਾਇਆ ਦਾ ਮੋਹ ਛਾਇਆ ਹੋਇਆ। ਤ੍ਰੈ ਗੁਣ ਦੀਸਹਿ ਮੋਹੇ ਮਾਇਆ। ਤਿੰਨਾਂ ਗੁਣਾਂ ਵਿੱਚ ਜੋ ਸੰਸਾਰ ਵਿਚਰ ਰਿਹਾ, ਤਿੰਨਾਂ ਗੁਣਾਂ ਵਾਲੇ ਜੀਵ ਜੋ ਦੀਸਹਿ ਦਿਸਦੇ ਹਨ, ਸਭ ਮਾਇਆ 'ਚ ਮੋਹੇ ਹੋਏ ਨੇ, ਮਾਇਆ 'ਚ ਹੀ ਗਰਸੇ ਹੋਏ ਨੇ। ਚਾਹੇ ਕੋਈ ਤਮੋਗੁਣੀ ਹੈ, ਚਾਹੇ ਰਜੋਗੁਣੀ, ਚਾਹੇ ਸਤੋਗੁਣੀ। ਗੁਰ ਪ੍ਰਸਾਦੀ ਕੋ ਵਿਰਲਾ ਬੂਝੈ। ਪਰ ਜਿਸ ਤੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਵਰਤਦੀ ਹੈ, ਗੁਰੂ ਦੀ ਕਿਰਪਾ ਦੁਆਰਾ ਕੋਈ ਵਿਰਲਾ ਵਿਅਕਤੀ ਇਸ ਭੇਦ ਨੂੰ ਬੁੱਝਦਾ ਹੈ ਕਿ ਇੱਥੇ ਕਾਹਦੇ ਵਾਸਤੇ ਆਏ ਆ, ਮਾਇਆ ਦੇ ਪ੍ਰਭਾਵ ਤੋਂ ਬਚਣਾ ਕਿਵੇਂ। ਫਿਰ ਉਹ ਚੌਥਾ ਪਦ ਲਿਵ ਲਾਵਣਿਆ। ਜਿਹੜਾ ਚੌਥਾ ਪਦ ਹੈ, ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਚੌਥੀ ਪਦਵੀ ਗੁਰਮੁਖ ਉੱਚੀ, ਉਸ ਚੌਥੇ ਪਦ ਵਿੱਚ ਪਹੁੰਚ ਕੇ ਇੱਕ ਵਾਹਿਗੁਰੂ ਨਾਲ ਦਿਨੇ ਰਾਤ ਲਿਵ ਰਾਈ ਰੱਖਦਾ। ਨਾ ਪੁੰਨ ਦੀ ਇੱਛਾ ਹੈ, ਨਾ ਪਾਪ ਕਰਨ ਦੀ ਮੈਲ ਹੈ ਮਨ 'ਚ। ਸੋ ਇਸ ਪ੍ਰਕਾਰ ਨਾ ਮਾੜਾ ਕਰਮ ਕਰਨ ਦੀ ਭਾਵਨਾ ਹੈ, ਨਾ ਚੰਗਾ ਕਰਨ ਵਾਸਤੇ ਕੋਈ ਇੱਛਾ ਵੀ ਇਹਦਾ ਫਲ ਮਿਲੇਗਾ। ਸੋ ਇਸ ਤਰ੍ਹਾਂ ਚੌਥੇ ਪਦ ਵਿੱਚ ਰਹਿ ਕੇ ਉਹ ਵਾਹਿਗੁਰੂ ਨਾਲ ਲਿਵ ਲਾ ਕੇ ਰਹਿੰਦੇ ਹਨ ਗੁਰਮੁਖ ਪਿਆਰੇ। ਜੋ ਵੀ ਵਿਰਲਾ ਬੁੱਝ ਲੈਂਦਾ ਭੇਦ ਨੂੰ। ਹਉ ਵਾਰੀ ਜੀਓ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ। ਮੈਂ ਸਦਕੇ ਆਪਣੀ ਜਿੰਦ ਵਾਰਦਾ ਹਾਂ, ਕੁਰਬਾਨ ਕਰਾਂ ਜੀ। ਬਲਿਹਾਰ ਜਾਵਾਂ ਉਸ ਤੋਂ ਜੋ ਮਾਇਆ ਦੇ ਮੋਹ ਨੂੰ ਗੁਰੂ ਦੇ ਸ਼ਬਦ ਰਾਹੀਂ ਜਲਾਉਣ ਵਾਲੇ ਹਨ। ਗੁਰੂ ਦੇ ਸ਼ਬਦ ਰਾਹੀਂ ਜਿਨ੍ਹਾਂ ਨੇ ਮਾਇਆ ਦਾ ਮੋਹ ਸਾੜ ਲਿਆ ਹੈ। ਮਾਇਆ ਮੋਹ ਜਲਾਏ ਸੋ ਹਰਿ ਸਿਉ ਚਿਤ ਲਾਏ। ਮਾਇਆ ਦਾ ਮੋਹ ਸਾੜ ਦੇਣ ਵਾਲੇ ਦੀ ਅਵਸਥਾ ਕਿਹੋ ਜਿਹੀ ਜੀ? ਜਿਹੜਾ ਮਾਇਆ ਦਾ ਮੋਹ ਸਾੜ ਲੈਂਦਾ, ਉਹ ਵਾਹਿਗੁਰੂ ਪਰਮਾਤਮਾ ਨਾਲ ਆਪਣਾ ਚਿੱਤ ਜੋੜ ਲੈਂਦਾ ਹੈ। ਉਹਦਾ ਹੋਰ ਪਾਸੇ ਸੰਸਾਰ ਦੇ ਪਦਾਰਥਾਂ 'ਚ, ਸਰੀਰਾਂ 'ਚ, ਵਿਕਾਰਾਂ 'ਚ ਉਹ ਚਿੱਤ ਨਹੀਂ ਹੈ। ਕੋਟਨ ਮੈਂ ਨਾਨਕ ਕੋਊ ਨਾਰਾਇਣ ਜਿਹ ਚੀਤ। ਜਿਸ ਦੇ ਚਿੱਤ ਵਿੱਚ ਕੇਵਲ ਨਾਰਾਇਣ ਹੈ। ਇਸ ਤਰ੍ਹਾਂ ਹਰੀ ਪਰਮਾਤਮਾ ਨਾਲ ਉਹ ਚਿੱਤ ਲਾ ਲੈਂਦਾ। ਹਰ ਦਰ ਮਹਿਲੀ ਸੋਭਾ ਪਾਵਣਿਆ। ਹਰੀ ਪਰਮਾਤਮਾ ਦੇ ਦਰ ਦਰਗਾਹ ਵਿੱਚ, ਪਰਮਾਤਮਾ ਦੇ ਮਹੱਲ ਵਿੱਚ, ਵਾਹਿਗੁਰੂ ਦੇ ਚਰਨਾਂ ਵਿੱਚ ਉਹ ਸੋਭਾ ਪ੍ਰਾਪਤ ਕਰਦਾ। ਪਰਮਾਤਮਾ ਦੀ ਨਜ਼ਦੀਕੀ ਉਸ ਨੂੰ ਪ੍ਰਾਪਤ ਹੁੰਦੀ ਹੈ। ਰਹਾਓ ਦੇਵੀ ਦੇਵਾ ਮੂਲ ਹੈ ਮਾਇਆ। ਜਿਹੜੇ ਦੇਵੀ ਤੇ ਦੇਵਤੇ ਆਦਿਕ ਹਨ, ਇਹਨਾਂ ਦਾ ਮੂਲ ਮਾਇਆ ਹੀ ਹੈ। ਭਾਵ ਜੇ ਪੁੰਨ ਕਰਮ ਕਰਕੇ ਸੁਰਗ ਦੇ ਵਿੱਚ ਪਹੁੰਚ ਹੋਈ ਹੈ ਤੇ ਤਾਂ ਵੀ ਇੱਛਾ ਸਹਿਤ ਉਹਨਾਂ ਨੇ ਦਾਨ ਪੁੰਨ ਆਦਿ ਕੀਤਾ ਤੇ ਫਿਰ ਉਹ ਦੇਵਤੇ ਕਹਾ ਰਹੇ ਨੇ। ਇਹ ਦੇਵੀਆਂ ਤੇ ਦੇਵਤੇ, ਇਹਨਾਂ ਦਾ ਮੂਲ ਮਾਇਆ ਹੀ ਹੈ। ਕਿਉਂਕਿ ਸਿਮਰਤ ਸਾਸਤ ਜਿਨ ਉਪਾਇਆ। ਮਾਇਆ ਨੇ ਹੀ ਸਿਮਰਤੀਆਂ ਸ਼ਾਸਤਰ ਉਪਾਇਆ ਰਚੇ ਹਨ। ਕਿਉਂਕਿ ਮਾਇਆ ਦੀ ਵਿਚਾਰ ਹੀ ਹੈ ਦਾਨ ਪੁੰਨ ਆਦਿਕ। ਜੇ ਮਾੜੇ ਕਰਮ ਕਰਕੇ ਨਰਕਾਂ ਨੂੰ ਕੋਈ ਜਾਂਦਾ ਤੇ ਚੰਗੇ ਕਰਮ ਕਰਕੇ ਸੁਰਗ ਵਿੱਚ ਕੋਈ ਚਲਾ ਜਾਏ, ਜਾਂ ਅਗਲੇ ਜਨਮਾਂ 'ਚ ਅਮੀਰਾਂ ਦੇ ਘਰ ਜਨਮ ਹੋ ਜਾਏ, ਜਾਂ ਰਾਜ ਭਾਗ ਮਿਲ ਜਾਏ, ਤੇ ਮਾਇਆ ਹੀ ਹੈ। ਸੋ ਇਸ ਪ੍ਰਕਾਰ ਇਹ ਮਾਇਆ ਨੇ ਸਿਮਰਤੀਆਂ ਸ਼ਾਸਤਰ ਰਚੇ ਹਨ। ਕਾਮ ਕ੍ਰੋਧ ਪਸਰਿਆ ਸੰਸਾਰੇ। ਕਾਮਨਾ ਤੋਂ ਹੀ ਅੱਗੇ ਇਹ ਕਾਮ ਵਾਸ਼ਨਾ ਬਣੀ। ਸਰੀਰਾਂ ਨਾਲ ਲਗਾਓ ਤੇ ਕ੍ਰੋਧ ਚਿੱਤ ਦੀ ਤੀਖਣ ਬਿਰਤੀ। ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉ ਕੰਚਨ ਸੁਹਾਗਾ ਢਲ ਹੈ। ਹੰਸ ਹੇਤ ਲੋਭ ਕੋ ਵਿਚਾਰੇ ਨਦੀਆਂ ਅੱਗ। ਇਹ ਅੱਗ ਵਗ ਰਹੀ ਹੈ ਸੰਸਾਰ ਤੇ ਨਦੀਆਂ। ਕਾਮ ਕ੍ਰੋਧ ਸੰਸਾਰ ਵਿੱਚ ਪਸਰਿਆ ਹੋਇਆ। ਹਜ਼ੂਰ ਕਹਿੰਦੇ ਆਏ ਜਾਏ ਦੁੱਖ ਪਾਵਣਿਆ। ਜੀਵ ਆਉਂਦਾ ਤੇ ਜਾਂਦਾ ਦੁੱਖ ਪਾਉਣ ਵਾਲਾ ਹੀ ਬਣਿਆ ਰਹਿੰਦਾ, ਦੁੱਖ ਹੀ ਪਾਉਂਦਾ ਰਹਿੰਦਾ। ਵੇਦ ਪੁਕਾਰੈ ਪੁੰਨ ਪਾਪ ਸੁਰਗ ਨਰਕ ਕਾ ਬੀਓ। ਚਾਰੇ ਵੇਦਾਂ ਧਾਰਮਿਕ ਸਿਮਰਤ ਸ਼ਾਸਤਰ ਇਹ ਕਿਆ ਉਚਾਰਦੇ ਨੇ ਕਿ ਪਾਪ ਤੇ ਪੁੰਨ। ਪੁੰਨ ਜਿਹੜਾ ਉਹ ਸੁਰਗ ਦਾ ਬੀਜ ਹੈ ਤੇ ਪਾਪ ਨਰਕ ਦਾ ਬੀਜ ਹੈ। ਸੋ ਇਸ ਪ੍ਰਕਾਰ ਜੰਝ ਕਿਹਾ ਦੇ ਲੈਣਾ ਲੈ ਦੇਣਾ।
ਨਰਕ ਸੁਰਗ ਅਵਤਾਰ ਦੇ ਕੇ ਦਾਨ ਕਰਕੇ ਫਿਰ ਉਸ ਨੂੰ ਭੋਗਣਾ ਲੈਣਾ ਵਾਪਸ ਤੇ ਲੈ ਕੇ ਦੇਣਾ, ਇਹ ਨਰਕ ਸੁਰਗ, ਇਹ ਜੰਮਣ ਮਰਨਾ ਨਹੀਂ ਮਿਟਦਾ ਹੈ। ਸੋ ਇਸ ਪ੍ਰਕਾਰ ਉਹ ਜੀਵ ਜਿਹੜੇ ਪਾਪ ਪੁੰਨ ਦੇ ਵਿੱਚ ਨੇ, ਕਾਮ ਕ੍ਰੋਧ ਵੀ ਮਿਟਦਾ ਨਹੀਂ ਉਹਨਾਂ ਦਾ, ਸਾਰੇ ਸੰਸਾਰ 'ਚ ਪਸਰਿਆ ਹੋਇਆ ਤੇ ਆਉਂਦੇ ਜਾਂਦੇ ਦੁੱਖ ਪਾਉਂਦੇ ਰਹਿੰਦੇ ਨੇ। ਤਿਸ ਵਿੱਚ ਗਿਆਨ ਰਤਨ ਇੱਕ ਪਾਇਆ। ਇਸ ਸਰੀਰ ਹਿਰਦੇ ਦੇ ਅੰਦਰ ਪਰਮਾਤਮਾ ਨੇ ਇੱਕ ਰਤਨ ਪਾਇਆ ਹੈ, ਆਪਣਾ ਗਿਆਨ, ਸਰੂਪ ਦਾ ਗਿਆਨ, ਨਿਰਾਵਰਨ ਗਿਆਨ ਰੂਪੀ ਰਤਨ ਵੀ ਇਸ ਹਿਰਦੇ ਅੰਦਰ, ਜੀਵ ਦੇ ਹਿਰਦੇ ਅੰਦਰ ਪਾਇਆ ਹੋਇਆ, ਪਰ ਉਹਦੇ ਨਾਲ ਸਾਡਾ ਮਿਲਾਪ ਨਹੀਂ। ਗੁਰ ਪ੍ਰਸਾਦੀ ਮਨ ਵਸਾਇਆ। ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋਈ ਉਹਨਾਂ ਨੇ ਮੰਨ ਲਿਆ ਗੁਰਾਂ ਦੇ ਉਪਦੇਸ਼ ਨੂੰ ਤੇ ਮਨ 'ਚ ਵਸਾ ਲਿਆ। ਜਤ ਸਤ ਸੰਜਮ ਸੱਚ ਕਮਾਵੈ, ਗੁਰ ਪੂਰਾ ਨਾਮ ਧਿਆਵਣਿਆ। ਜਿਹੜਾ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੇ ਸੱਚੇ ਨਾਮ ਨੂੰ ਕਮਾਉਂਦਾ ਹੈ, ਸੱਚ ਦੀ ਕਮਾਈ ਕਰਦਾ ਹੈ, ਉਸਨੇ ਜਤ ਵੀ ਰੱਖ ਲਿਆ, ਬ੍ਰਹਮਚਰਜ ਦਾ ਫਲ ਵੀ ਉਹਨੂੰ ਮਿਲ ਗਿਆ। ਸਤ ਉੱਚਾ ਆਚਰਣ, ਇਹ ਵੀ ਉਸ ਨੂੰ ਪ੍ਰਾਪਤ ਹੋਇਆ, ਤੇ ਸੰਜਮ ਸਵੈ ਕਾਬੂ, ਇਹ ਸਭ ਕੁਛ ਉਸ ਨੂੰ ਪ੍ਰਾਪਤ ਹੋ ਗਿਆ ਜਿਸ ਨੇ ਸੱਚ ਨੂੰ ਕਮਾ ਲਿਆ। ਗੁਰ ਪੂਰਾ ਨਾਮ ਧਿਆਵਣਿਆ। ਪੂਰਿਆਂ ਗੁਰਾਂ ਦੁਆਰਾ ਜੋ ਨਾਮ ਨੂੰ ਧਿਆਉਣ ਵਾਲੇ ਬਣੇ, ਉਹਨਾਂ ਨੇ ਇਹ ਦਾਤ ਪ੍ਰਾਪਤ ਕੀਤੀ। ਪਈੜੈ ਧਨ ਭਰਮ ਭੁਲਾਣੀ। ਪੇਕੇ ਘਰ ਵਿੱਚ ਭਾਵ ਮਾਤ ਲੋਕ ਤੇ ਜਿਹੜੀ ਜੀਵ ਰੂਪ ਧਨ ਇਸਤਰੀ ਭਟਕਣਾ 'ਚ ਪਈ ਹੋਈ, ਕੁਰਾਏ ਪੈ ਗਈ ਹੈ, ਭੁੱਲ ਗਈ ਅਸਲ ਮਾਰਗ ਨੂੰ, ਦੂਜਾ ਲੱਗੀ ਫਿਰ ਪਛੋਤਾਣ। ਜਿਹੜੀ ਦਵੈਤ ਭਾਚ ਸੰਸਾਰ ਦੇ ਮੋਹ 'ਚ ਲੱਗੀ ਹੋਈ ਹੈ ਤੇ ਵਾਹਿਗੁਰੂ ਪਤੀ ਦਾ ਖਿਆਲ ਛੱਡਿਆ ਹੋਇਆ, ਉਹ ਫਿਰ ਅਖੀਰ ਨੂੰ ਪਛੋਤਾਣੀ, ਪਛਤਾਵਾ ਕਰਨ ਵਾਲੀ ਬਣੇਗੀ, ਪਛਤਾਉਂਦੀ ਰਹੇਗੀ। ਹਲਤ ਪਲਤ ਦੋਵੇਂ ਗਵਾਏ। ਨਾ ਪੇਕੇ ਘਰ ਵਿੱਚ ਇੱਜ਼ਤ ਮਿਲੀ, ਨਾ ਅਗਲਾ ਜਿਹੜਾ ਜਹਾਨ ਹੈ, ਸਹੁਰਾ ਘਰ ਪਰਲੋਕ। ਹਲਤ ਇਹ ਦੁਨੀਆ, ਪਲਤ ਪਰਲੋਕ, ਇਹ ਉਹਨੇ ਦੋਵੇਂ ਜਹਾਨ ਹੀ ਆਪਣੇ ਗਵਾ ਲਏ। ਸੁਪਨੇ ਸੁਖ ਨਾ ਪਾਵਣਿਆ। ਐਸੇ ਜਿਹੜੇ ਜੀਵਨ ਸੁਪਨੇ ਵਿੱਚ ਵੀ ਸੁਖ ਦੀ ਪ੍ਰਾਪਤੀ ਉਹ ਨਹੀਂ ਕਰਦੇ। ਪਈ ਜਿਹੜਾ ਧਨ ਕੰਤ ਸੰਭਾਲੇ। ਜਿਹੜੀ ਮਾਤ ਲੋਕ ਰੂਪੀ ਪੇਕੇ ਘਰ ਵਿੱਚ ਜੀਵ ਰੂਪ ਇਸਤਰੀ ਆਪਣੇ ਕੰਤ ਪਤੀ ਪਰਮਾਤਮਾ ਨੂੰ ਸੰਭਾਲੇ, ਯਾਦ ਕਰਦੀ ਹੈ, ਸਿਮਰਨ ਵਿੱਚ ਜਿਉਂਦੀ ਹੈ। ਗੁਰ ਪ੍ਰਸਾਦੀ ਵੇਖਿਆ ਨਾਲੇ। ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਆਪਣੇ ਮਾਲਕ ਵਾਹਿਗੁਰੂ ਪਰਮਾਤਮਾ ਨੂੰ ਆਪਣੇ ਨਾਲ ਵਸਦਾ ਹੀ ਵੇਖਦੀ ਹੈ। ਫਿਰ ਕੈ ਸਹਿਜ ਰਹਿ ਰੰਗ ਰਾਤੀ। ਉਹ ਫਿਰ ਪਰਮਾਤਮਾ ਦੇ ਸਹਿਜ ਗਿਆਨ ਵਿੱਚ ਸਮਾ ਕੇ ਰਹਿੰਦੀ ਹੈ, ਰੰਗ ਰਤੀ, ਰੰਗ ਪ੍ਰੇਮ ਵਿੱਚ ਰੱਤੀ ਰਹਿੰਦੀ ਹੈ। ਜੀਵ ਰੂਪ ਇਸਤਰੀ ਸ਼ਬਦ ਸ਼ਿੰਗਾਰ ਬਣਾਵਣਿਆ। ਤੇ ਉਹਨੇ ਆਪਣੇ ਸ਼ਿੰਗਾਰ ਨੂੰ ਕੀ ਬਣਾਇਆ? ਗੁਰੂ ਦਾ ਸ਼ਬਦ। ਗੁਰੂ ਦਾ ਸ਼ਬਦ ਹੀ ਆਪਣਾ ਸ਼ਿੰਗਾਰ ਸੋਝ ਬਣਾ ਲਿਆ ਹੈ। ਭਾਵ ਗੁਰੂ ਦੇ ਸ਼ਬਦ ਦੁਆਰਾ ਸ਼ਿੰਗਾਰੀ ਹੋਈ ਹੈ। ਸ਼ੁਭ ਗੁਣ ਉਹਦੇ ਅੰਦਰ ਆ ਗਏ ਹਨ। ਆਪਣਾ ਅੰਦਰ ਮਾਨਸਿਕ ਤਲ ਉਹਨੇ ਸਵਾਰਿਆ, ਸ਼ਿੰਗਾਰਿਆ। ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ। ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ, ਉਹਨਾਂ ਦਾ ਮਨੁੱਖਾ ਜਨਮ ਸਫਲ ਹੈ, ਫਲ ਸਹਿਤ ਹੈ। ਆਤਮ ਗਿਆਨ ਰੂਪੀ ਫਲ ਪ੍ਰਾਪਤ ਹੋਇਆ। ਦੂਜਾ ਭਾਉ ਗੁਰ ਸ਼ਬਦ ਜਲਾਇਆ। ਸੀ ਪਹਿਲਾਂ ਦਵੈਤ ਭਾ, ਸੰਸਾਰ ਦਾ ਮੋਹ, ਪਰ ਗੁਰੂ ਦੇ ਸ਼ਬਦ ਦੇ ਪ੍ਰਤਾਪ ਨਾਲ ਉਹਨਾਂ ਨੇ ਸੰਸਾਰ ਦਾ ਮੋਹ ਆਪਣੇ ਅੰਦਰੋਂ ਸਾੜ ਦਿੱਤਾ। ਇੱਕੋ ਰਵ ਰਹਿਆ ਘਟ ਅੰਤਰ। ਹੁਣ ਉਹਨਾਂ ਦੀ ਅਵਸਥਾ ਕੀ? ਇੱਕੋ ਇੱਕ ਪਰਮਾਤਮਾ ਹੀ ਘਟ ਹਿਰਦੇ ਅੰਦਰ ਰਵ ਰਹਿਆ, ਅਭੇਦ ਹੋ ਰਿਹਾ ਹੈ। ਮਿਲ ਸਤਸੰਗਤ ਹਰ ਗੁਣ ਗਾਵਣਿਆ। ਇੰਝ ਨਿਸ਼ਚੇ ਕਰਕੇ ਸਤਸੰਗਤ ਵਿੱਚ ਮਿਲ ਕੇ ਹਰੀ ਪਰਮਾਤਮਾ ਦੇ ਗੁਣਾਂ ਨੂੰ ਹੀ ਗਾਉਣ ਵਾਲੇ ਬਣ ਗਏ। ਸਤਿਗੁਰ ਨਾ ਸੇਵੇ ਸੋ ਕਾਹੇ ਆਇਆ। ਜਿਹੜਾ ਸਤਿਗੁਰੂ ਦੀ ਸੇਵਾ ਭਗਤੀ ਟਹਿਲ ਦੱਸੀ ਸਤਿਗੁਰੂ ਦੀ ਕਾਰ ਨੂੰ ਨਹੀਂ ਕਮਾਉਂਦਾ, ਉਹ ਕਿਸ ਵਾਸਤੇ ਇਸ ਦੁਨੀਆ ਤੇ ਆਇਆ? ਜਿਹਾ ਆਇਆ ਤਿਹਾ ਨਾ ਆਇਆ। ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ। ਉਹਦਾ ਸਰੀਰ ਧਾਰ ਕੇ ਜਨਮ ਲੈ ਕੇ ਜਿਉਣਾ ਤ੍ਰਿਗਾਕਾਰ, ਨਿਸ਼ਫਲ ਫਿਟੇ ਮੂੰਹ ਦੁਰਕਾਰ ਯੋਗ ਹੈ, ਲਾਹਣਤ ਯੋਗ ਹੈ। ਜਿਸ ਨੇ ਆਪਣਾ ਐਡਾ ਮਨੁੱਖਾ ਜਨਮ ਹੀਰੇ ਵਰਗਾ ਦੁਰਲੱਭ ਵਿਅਰਥ ਗਵਾ ਲਿਆ ਹੈ। ਮਨਮੁਖ ਨਾਮ ਚਿੱਤ ਨਾ ਆਵੇ। ਮਨ ਦੇ ਪਿੱਛੇ ਲੱਗਣ ਵਾਲਾ ਜਿਸ ਨੇ ਮਨ ਨੂੰ ਮੁਖੀ ਬਣਾਇਆ ਹੋਇਆ, ਮਨਮੁਖਤਾਈ ਕਰਕੇ ਉਸ ਨੂੰ ਵਾਹਿਗੁਰੂ ਦਾ ਨਾਮ ਚਿੱਤ ਵਿੱਚ ਚੇਤੇ ਨਹੀਂ ਆਉਂਦਾ।
ਬਿਨ ਨਾਵੈ ਬਹੁ ਦੁਖ ਪਾਵਣਿਆ। ਅਜਿਹਾ ਵਿਅਕਤੀ ਵਾਹਿਗੁਰੂ ਦੇ ਨਾਮ ਤੋਂ ਬਗੈਰ ਬਹੁਤ ਜ਼ਿਆਦਾ ਦੁੱਖ ਪਾਉਣ ਵਾਲਾ ਬਣਦਾ। ਜਿਨ ਸਿਸ਼ਟ ਸਾਜੀ ਸੋਈ ਜਾਣੈ। ਹਜ਼ੂਰ ਅਖੀਰ ਤੇ ਕਹਿ ਰਹੇ ਨੇ, ਜਿਸ ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਰਚੀ ਬਣਾਈ ਹੈ, ਉਹੀ ਜਾਣਦਾ ਇਹਦੇ ਬਾਰੇ ਸਾਰਾ ਕੁਛ। ਆਪੇ ਮੇਲਾ ਸ਼ਬਦ ਪਛਾਣ। ਆਪ ਹੀ ਜਿਨ੍ਹਾਂ ਤੇ ਬਖਸ਼ਿਸ਼ ਕਰਕੇ ਜਿਸ ਨੂੰ ਆਪਣੇ ਨਾਲ ਮੇਲ ਲੈਂਦਾ, ਉਹ ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ ਨੂੰ ਪਛਾਣ ਲੈਂਦਾ ਹੈ। ਨਾਨਕ ਨਾਮ ਮਿਲਿਆ ਤਿਨ ਜਨ ਕਉ, ਜਿਨ ਧੁਰ ਮਸਤਕ ਲੇਖ ਲਿਖਾਵਣਿਆ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜੀਆਂ ਦੇ ਵੀ ਕੀ ਵਸ। ਪੂਰਬਲੇ ਜਨਮਾਂ ਦੇ ਵਿੱਚ ਜਿਹੜੇ ਚੰਗੇ ਕਰਮ ਕੀਤੇ ਹੋਏ ਨੇ, ਸਾਧਨ ਕੀਤੇ ਹੋਏ ਨੇ, ਉਹਨਾਂ ਨਿਸ਼ਕਾਮ ਚੰਗੇ ਕਰਮਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਨੇ ਧੁਰ ਮੁੱਢ ਤੋਂ ਹੀ ਉਹਨਾਂ ਦੇ ਮਸਤਕ 'ਤੇ ਐਸਾ ਲੇਖ ਲਿਖਿਆ ਹੋਇਆ, ਧੁਰੋਂ ਮਸਤਕ 'ਤੇ ਲੇਖ ਲਿਖਾ ਕੇ ਆਏ ਨੇ। ਉਹਨਾਂ ਨੂੰ ਹੀ ਗੁਰੂ ਦੇ ਪਾਸੋਂ ਵਾਹਿਗੁਰੂ ਜੀ ਦਾ ਨਾਮ ਧਨ ਮਿਲਿਆ ਹੈ। ਤਿੰਨ ਜਨ ਕੋ, ਤਿੰਨਾਂ ਜਨਾਂ ਦੇ ਤਾਈਂ ਵਾਹਿਗੁਰੂ ਦਾ ਨਾਮ ਰੂਪ ਪਦਾਰਥ ਧਨ, ਇਹ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ। ਮਾਝ ਮਹੱਲਾ ਚੌਥਾ। ਇੱਥੋਂ ਤੱਕ 32 ਅਸ਼ਟਪਦੀਆਂ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਤੇ ਇੱਕ ਅਸ਼ਟਪਦੀ ਪਹਿਲੀ ਗੁਰੂ ਨਾਨਕ ਸਾਹਿਬ ਜੀ ਦੀ ਸੰਪੂਰਨ ਹੋਈ। ਕੁੱਲ 33 ਹੋਈਆਂ ਹਨ। ਇਸ ਤੋਂ ਅੱਗੇ ਹੁਣ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਅਗਲੀ ਅਸ਼ਟਪਦੀ ਉਚਾਰਨ ਕਰਦੇ ਹਨ। ਮਾਝ ਮਹੱਲਾ ਚੌਥਾ। ਚੌਥਾ ਸਰੂਪ ਸ਼੍ਰੀ ਗੁਰੂ ਰਾਮਦਾਸ। ਆਦਿ ਪੁਰਖ ਅਪਰੰਪਰ ਆਪੇ। ਸ੍ਰਿਸ਼ਟੀ ਦਾ ਆਦ ਮੁੱਢ ਰੂਪ ਪੁਰਖ ਪੂਰਨ ਪਰਮਾਤਮਾ। ਅਪਰੰਪਰ ਆਪੇ। ਅਪਰ ਅਪਰ ਇਹ ਦੋ ਸ਼ਬਦਾਂ ਤੋਂ ਬਣਿਆ, ਯਾਨੀ ਅਪਰ ਜਿਹੜੇ ਸੰਸਾਰ ਤੋਂ ਪਰੇ ਲੋਕ ਨੇ, ਦੇਵਤੇ ਆਦਿ, ਉਹਨਾਂ ਤੋਂ ਪਰੇ। ਅਪਰੰਪਰ ਪਰੇ ਤੋਂ ਪਰੇ ਜੋ ਪਰਮਾਤਮਾ ਹੈ, ਆਪੇ ਆਪਣੇ ਆਪ ਤੋਂ ਆਪ ਰੂਪ ਉਹਨੂੰ ਕਿਸੇ ਨੇ ਨਹੀਂ ਬਣਾਇਆ। ਆਪੇ ਥਾਪੇ ਥਾਪਿਓ ਥਾਪੇ। ਆਪੇ ਥਾਪੇ ਬਣਾਉਂਦਾ, ਰਚਨਾ ਕਰਦਾ ਵਾਹਿਗੁਰੂ, ਤੇ ਰਚਨਾ ਰਚ ਕੇ ਥਾਪ ਕੇ ਬਣਾ ਕੇ ਫਿਰ ਉਥਾਪੇ ਨਾਸ ਵੀ ਆਪ ਹੀ ਕਰਦਾ ਹੈ। ਸਭ ਮਹਿ ਵਰਤੈ ਇੱਕੋ ਸੋਈ। ਸਾਰੇ ਜੀਆਂ ਦੇ ਅੰਦਰ ਇੱਕੋ ਇੱਕ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ, ਜਿਹੜਾ ਪਹਿਲਾਂ ਸੀ ਸ੍ਰਿਸ਼ਟੀ ਸਾਜਣ ਤੋਂ, ਸੋਈ ਹੁਣ ਵੀ ਉਹੀ ਵਰਤ ਰਿਹਾ ਹੈ, ਇੱਕੋ ਇੱਕ ਹੈ। ਜਿਵੇਂ ਦਸਮ ਪਾਤਸ਼ਾਹ ਨੇ ਕਿਹਾ, ਅਨੇਕ ਹੈ ਫਿਰ ਏਕ ਹੈ। ਹੁਣ ਤੂੰ ਅਨੇਕ ਰੂਪਾਂ 'ਚ ਦਿਖਾਈ ਦਿੰਦਾ, ਤੇ ਜਦੋਂ ਸ੍ਰਿਸ਼ਟੀ ਨੂੰ ਸਮਾਪਤ ਕਰਦਾ ਫਿਰ ਤੂੰ ਇੱਕੋ ਇੱਕ ਹੈ। ਗੁਰਮੁਖ ਸੋਭਾ ਪਾਵਣਿਆ। ਜਿਹੜੇ ਗੁਰਾਂ ਦੇ ਅਨੁਸਾਰੀ ਹੋ ਕੇ ਚੱਲੇ, ਉਹ ਸੋਭਾ ਪ੍ਰਾਪਤ ਕਰਦੇ ਹਨ ਵਾਹਿਗੁਰੂ ਦੇ ਦਰ 'ਤੇ। ਹਉ ਵਾਰੀ ਜੀਉ ਵਾਰੀ। ਮੈਂ ਸਦਕੇ, ਆਪਣੀ ਜਿੰਦ ਸਦਕੇ ਕਰਦਿਆਂ ਵਾਰਦਿਆਂ, ਨਿਰੰਕਾਰੀ ਨਾਮ ਧਿਆਵਣਿਆ। ਜਿਹੜੇ ਨਿਰੰਕਾਰ ਦਾ ਨਾਮ ਧਿਆਉਣ ਵਾਲੇ ਹਨ, ਨਿਰੰਕਾਰੀ ਲੋਕ, ਸੱਚੇ ਮੁੱਚੀ ਨਿਰੰਕਾਰੀ ਭਾਵ ਨਿਰੰਕਾਰ ਨਾਲ, ਨਿਰਾਕਾਰ ਵਾਹਿਗੁਰੂ ਨਾਲ ਜੁੜੇ ਹੋਏ, ਨਾਮ ਦਾ ਧਿਆਨ ਕਰਨ ਵਾਲੇ, ਉਹਨਾਂ ਤੋਂ ਕੁਰਬਾਨ। ਤੇ ਸਰੂਪ ਨਾ ਰੇਖਿਆ ਘਟ ਘਟ ਦੇਖਿਆ। ਤਿਸ ਪਰਮਾਤਮਾ ਦਾ ਕੋਈ ਰੂਪ ਆਕਾਰ ਵੱਖਰਾ ਨਹੀਂ ਸੰਸਾਰ ਤੋਂ ਦਿਸਦਾ। ਨਾ ਰੇਖਿਆ ਮਸ਼ ਕਸ਼ ਰੇਖਾ ਹਨ ਉਹਦੇ ਸਰੂਪ ਤੇ, ਲਕੀਰਾਂ ਹੈ ਨਹੀਂ। ਪਰ ਉਹਨਾਂ ਗੁਰਮੁਖਾਂ ਨੇ ਸਿਮਰਨ ਭਜਨ ਦੁਆਰਾ ਘਟ ਘਟ ਦੇਖਿਆ। ਹਰ ਇੱਕ ਹਿਰਦੇ ਹਿਰਦੇ ਦੇ ਅੰਦਰ ਉਹਦੀ ਜੋਤ ਨੂੰ ਦੇਖਿਆ, ਵਿਰਾਗ ਤੇ ਵਿਵੇਕ ਦੇ ਨੇਤਰਾਂ ਨਾਲ ਦੇਖਿਆ। ਗੁਰਮੁਖ ਅਲਖ ਲਖਾਵਣਿਆ। ਜੋ ਨਹੀਂ ਲਿਖਿਆ ਜਾਣ ਵਾਲਾ ਅਦ੍ਰਿਸ਼ਟ ਪਰਮਾਤਮਾ, ਗੁਰਮੁਖਾਂ ਨੂੰ ਉਸ ਅਲਖ ਨੇ ਆਪਣਾ ਆਪ ਲਿਖਾ ਦਿੱਤਾ ਹੈ, ਜਣਾ ਦਿੱਤਾ ਹੈ। ਜਾਨੀ ਅੰਤ ਨਹੀਂ, ਪਰ ਆਪਣੀ ਅਲਖਤਾ ਜਣਾ ਦਿੱਤੀ ਹੈ। ਸਰੂਪ ਦੇ ਦਿਖਾ ਦਿੱਤਾ, ਆਪਣਾ ਦਰਸ਼ਨ ਦਿਖਾਤਾ, ਅਨੁਭਵ ਦੇ ਦਿੱਤਾ ਹੈ। ਤੇ ਇਹ ਵੀ ਜਣਾ ਦਿੱਤਾ ਕਿ ਮੈਂ ਬੇਅੰਤ ਹਾਂ। ਗੁਰਮੁਖ ਅਲਖ ਨੂੰ ਆਪ ਲਿਖਦੇ ਹਨ ਤੇ ਹੋਰਨਾਂ ਨੂੰ ਲਿਖਾ ਦਿੰਦੇ ਨੇ। ਰਹਾਓ। ਤੂੰ ਦਇਆਲ ਕਿਰਪਾਲ ਪ੍ਰਭ ਸੋਈ। ਵਾਹਿਗੁਰੂ ਦੇ ਸਨਮੁਖ ਬੇਨਤੀ ਹੈ, ਹੇ ਵਾਹਿਗੁਰੂ ਜੀ, ਤੁਸੀਂ ਹਮੇਸ਼ਾ ਦਇਆ ਦੇ ਘਰ ਹੋ, ਕਿਰਪਾ ਦੇ ਘਰ ਹੋ। ਉਹੀ ਪ੍ਰਭੂ ਹੋ ਜੋ ਪਹਿਲਾਂ ਸੀ ਸੰਸਾਰ ਰਚਣ ਵੇਲੇ। ਤੁਧ ਬਿਨ ਦੂਜਾ ਅਵਰ ਨਾ ਕੋਈ। ਤੁਹਾਡੇ ਤੋਂ ਬਗੈਰ ਦੂਜਾ ਅਵਰ ਹੋਰ ਕੋਈ ਵੀ ਨਹੀਂ ਹੈ ਤੁਹਾਡੇ ਵਰਗਾ। ਤੁਹਾਡੇ ਵਾਂਗ ਬਖਸ਼ਿਸ਼ਾਂ ਕਰਨ ਵਾਲਾ ਦਿਆਲੂ ਕਿਰਪਾਲੂ ਹੋਰ ਦੂਜਾ ਕੋਈ ਨਹੀਂ। ਗੁਰ ਪ੍ਰਸਾਦ ਕਰੇ ਨਾਮ ਦੇਵੈ। ਜਿਸ ਦੇ ਉੱਪਰ ਸਤਿਗੁਰੂ ਮਹਾਰਾਜ ਜੀ ਪ੍ਰਸਾਦ ਕਿਰਪਾ ਕਰਦੇ ਹਨ ਤੇ ਨਾਮ ਦੀ ਦਾਤ ਬਖਸ਼ਦੇ ਨੇ। ਨਾਮੇ ਨਾਮ ਸਮਾਵਣਿਆ। ਫਿਰ ਉਹ ਵਿਅਕਤੀ ਨਾਮ ਨਾਲ ਜੁੜਿਆ ਹੋਇਆ ਨਾਮੀ ਪਰਮਾਤਮਾ ਵਿੱਚ ਹੀ ਸਮਾ ਜਾਂਦਾ ਹੈ। ਤੂੰ ਆਪੇ ਸੱਚਾ ਸਿਰਜਣਹਾਰਾ। ਹੇ ਵਾਹਿਗੁਰੂ ਜੀ,
ਤੁਸੀਂ ਆਪ ਹੀ ਸੱਚ ਸਰੂਪ ਹੋ ਤੇ ਸ੍ਰਿਸ਼ਟੀ ਨੂੰ ਸਿਰਜਣ ਵਾਲੇ ਰਚਣ ਵਾਲੇ ਰਚੇਤਾ ਹੋ। ਭਗਤੀ ਭਰੇ ਤੇਰੇ ਭੰਡਾਰਾ, ਤੁਹਾਡੇ ਭੰਡਾਰ ਭਗਤੀ ਨਾਲ ਭਰੇ ਹੋਏ ਨੇ। ਸੋ ਇਸ ਪ੍ਰਕਾਰ ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦਿਵਾਈ। ਗੁਰਮੁਖ ਨਾਮ ਮਿਲੈ ਮਨ ਭੀਜੈ, ਜੋ ਗੁਰਾਂ ਦੇ ਸਨਮੁਖ ਹੋ ਕੇ ਚੱਲਦਾ ਉਸ ਨੂੰ ਤੁਹਾਡੇ ਦਰ ਤੋਂ ਨਾਮ ਪ੍ਰਾਪਤ ਹੁੰਦਾ ਗੁਰੂ ਰਾਹੀਂ। ਉਹਦਾ ਫਿਰ ਮਨ ਭਿੱਜ ਜਾਂਦਾ ਤੁਹਾਡੇ ਨਾਮ ਵਿੱਚ। ਸਹਿਜ ਸਮਾਧ ਲਗਾਵਣਿਆ, ਉਹ ਸਹਿਜ ਮਾਨਸਿਕ ਅਡੋਲਤਾ ਵਾਲੀ ਅਵਸਥਾ 'ਚ ਪਹੁੰਚ ਕੇ ਆਪਣੇ ਮਨ ਦੀ ਸਮਾਧੀ ਤੁਹਾਡੇ ਵਿੱਚ ਹੀ ਲਾਈ ਰੱਖਦਾ। ਸਮਾਧ ਲੱਗਣੀ ਦਾ ਮਤਲਬ ਹੈ ਕਿ ਚਿੱਤ ਜੁੜ ਜਾਣਾ, ਮਾਨਸਿਕ ਤੌਰ 'ਤੇ ਸ਼ਾਂਤੀ ਵਾਲੀ ਅਵਸਥਾ ਤੇ ਵਾਹਿਗੁਰੂ ਵਿੱਚ ਚਿੱਤ ਜੁੜਿਆ ਹੋਣਾ। ਅਨੰਦਨ ਗੁਣ ਗਾਵਾ ਪ੍ਰਭ ਤੇਰੇ, ਹੇ ਵਾਹਿਗੁਰੂ ਮੇਰਾ ਚਿੱਤ ਕਰਦਾ ਮੈਂ ਰਾਤ ਦਿਨ ਤੇਰੇ ਗੁਣਾਂ ਨੂੰ ਗਾਉਂਦਾ ਰਹਾਂ। ਹੇ ਪ੍ਰਭੂ ਜੀ ਮੈਂ ਦਿਨੇ ਰਾਤ ਤੁਹਾਡੇ ਗੁਣ ਗਾਵਾਂ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਤੁਧ ਸਾਲਾਹੀ ਪ੍ਰੀਤਮ ਮੇਰੇ, ਔਰ ਹੇ ਮੇਰੇ ਪ੍ਰੀਤਮ ਪਿਆਰੇ ਅਕਾਲ ਪੁਰਖ ਜੀ ਮੈਂ ਤੁਹਾਨੂੰ ਹੀ ਸਲਾਹੁੰਦਾ ਰਹਾਂ, ਤੁਹਾਡੀ ਸਿਫਤ ਉਹ ਸਿਫਾਤ ਕਰਦਾ ਰਹਾਂ। ਤੁਧ ਬਿਨ ਅਵਰ ਨਾ ਕੋਈ ਜਾਚਾ, ਗੁਰ ਪ੍ਰਸਾਦੀ ਤੂੰ ਪਾਵਣਿਆ। ਤੁਹਾਡੇ ਤੋਂ ਬਗੈਰ ਮੈਂ ਹੋਰ ਕੁਛ ਨਹੀਂ ਮੰਗਦਾ ਹਾਂ। ਜਾਚਣਾ ਹੁੰਦਾ ਮੰਗਣਾ, ਮੈਂ ਤੁਹਾਨੂੰ ਹੀ ਤੁਹਾਡੇ ਕੋਲੋਂ ਮੰਗਦਾ, ਭਾਵ ਤੁਸੀਂ ਪ੍ਰਾਪਤ ਹੋਵੋ। ਗੁਰ ਪ੍ਰਸਾਦੀ ਤੂੰ ਪਾਵਣਿਆ, ਗੁਰੂ ਦੀ ਪ੍ਰਸਾਦ ਕਿਰਪਾ ਨਾਲ ਹੀ ਤੈਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਵਾਹਿਗੁਰੂ ਅਗਮ ਗੋਚਰ ਮਿਤ ਨਹੀਂ ਪਾਈ, ਜੋ ਵਾਹਿਗੁਰੂ ਪਰਮਾਤਮਾ ਮਨ ਦੀ ਪਹੁੰਚ ਤੋਂ ਪਰੇ ਹੈ। ਅਗੋਚਰ ਇੰਦਰੀਆਂ ਦਾ ਗੋਚਰ ਨਹੀਂ ਹੈ। ਮਿਤ ਨਹੀਂ ਪਾਈ, ਜਿਸ ਦੀ ਪ੍ਰਾਪਤੀ ਦੀ ਮਿਤ ਮਰਿਆਦਾ ਨਹੀਂ ਕਿਸੇ ਨੇ ਪ੍ਰਾਪਤ ਕੀਤੀ, ਔਰ ਮਿਤ ਕੀਮਤ ਨਹੀਂ ਪਾਈ, ਮਿਤ ਮਿਣਤੀ ਨਹੀਂ ਪਾਈ ਕਿੱਡਾ ਕੁ ਵੱਡਾ। ਆਪਣੀ ਕਿਰਪਾ ਕਰਹਿ ਤੂੰ ਲਹਿ ਮਿਲਾਈ। ਹੇ ਵਾਹਿਗੁਰੂ ਜੇ ਤੂੰ ਆਪਣੀ ਕਿਰਪਾ ਕਰ ਦਵੇਂ ਤਾਂ ਤੂੰ ਬਖਸ਼ਿਸ਼ ਕਰਕੇ ਸਾਨੂੰ ਆਪਣੇ 'ਚ ਮਿਲਾਉਣਾ। ਪੂਰਾ ਗੁਰ ਕੈ ਸ਼ਬਦ ਧਿਆਈਐ, ਜੋ ਪੂਰੇ ਭਾਂਡੇ ਹਨ ਨਾ ਸਤਿਗੁਰੂ ਮਹਾਰਾਜ, ਪੂਰਨ ਮੁਕੰਮਲ ਅਕਾਲ ਪੁਰਖ ਦਾ ਸਰੂਪ, ਜਿਨ੍ਹਾਂ 'ਚ ਕੋਈ ਊਣਤਾਈ ਨਹੀਂ, ਕੋਈ ਘਾਟ ਨਹੀਂ। ਐਸੇ ਪੂਰਨ ਸਤਿਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਧਿਆਇਆ ਸਿਮਰਿਆ ਜਾਂਦਾ ਵਾਹਿਗੁਰੂ ਨੂੰ। ਸ਼ਬਦ ਸੇਵ ਸੁਖ ਪਾਵਣਿਆ, ਤੇ ਇਸ ਤਰ੍ਹਾਂ ਸ਼ਬਦ ਜੋ ਬ੍ਰਹਮ ਹੈ ਉਸ ਦੀ ਸੇਵਾ ਭਗਤੀ ਕਰਕੇ ਆਤਮਿਕ ਸੁਖ ਪ੍ਰਾਪਤ ਕਰੀਦਾ ਹੈ। ਰਸਨਾ ਗੁਣਵੰਤੀ ਗੁਣ ਗਾਵੈ, ਜਿਸ ਦੀ ਰਸਨਾ ਗੁਣਵੰਤੀ ਬਣ ਜਾਏ, ਭਾਵ ਗੁਣ ਗਾਉਣ ਵਾਲੀ ਬਣ ਜਾਏ ਤੇ ਗੁਣ ਗਾਉਂਦੀ ਰਹਿੰਦੀ ਹੈ। ਨਾਮ ਸਲਾਹੇ ਸੱਚੇ ਭਾਵ ਹੈ, ਤੇ ਇਸ ਰਸਨਾ ਨਾਲ ਉਹ ਨਾਮ ਨੂੰ ਹੀ ਸਲਾਹੁੰਦਾ, ਸਿਫਤ ਕਰਦਾ, ਕੀਰਤੀ ਕਰਦਾ, ਤੇ ਉਹ ਰਸਨਾ ਜਾਂ ਉਹ ਵਿਅਕਤੀ ਸੱਚੇ ਅਕਾਲ ਪੁਰਖ ਨੂੰ ਪਾਉਂਦਾ ਹੈ। ਗੁਰਮੁਖ ਸਦਾ ਰਹਿ ਰੰਗ ਰਾਤੀ, ਗੁਰਮੁਖ ਦੀ ਜੋ ਰਸਨਾ ਹੈ ਸਦਾ ਹੀ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰਤੀ ਰਹਿੰਦੀ ਹੈ। ਮਿਲ ਸੱਚੇ ਸੋਭਾ ਪਾਵਣਿਆ, ਮਿਲ ਕੇ ਸੱਚ ਸਰੂਪ ਪਰਮਾਤਮਾ ਨਾਲ ਇੱਕਮਿਕ ਹੋ ਕੇ ਫਿਰ ਉਹ ਗੁਰਮੁਖ ਪਿਆਰਾ ਸੋਭਾ ਪਾਉਣ ਵਾਲਾ ਬਣਦਾ। ਦੋਵਾਂ ਜਹਾਨਾਂ ਦੀ ਸੋਭਾ ਕੀਰਤੀ ਵਡਿਆਈ ਉਸ ਨੂੰ ਪ੍ਰਾਪਤ ਹੁੰਦੀ ਹੈ। ਮਨਮੁਖ ਕਰਮ ਕਰੇ ਅਹੰਕਾਰੀ, ਮਨ ਦੇ ਪਿੱਛੇ ਲੱਗਣ ਵਾਲਾ ਵਿਅਕਤੀ ਹੰਕਾਰੀ ਹੁੰਦਾ। ਹੰਕਾਰ ਦੇ ਸਹਿਤ ਤੋਂ ਸਾਰੇ ਕਰਮ ਕਰਦਾ। ਜੂਆ ਜਨਮ ਸਭ ਬਾਜੀ ਹਾਰੀ, ਆਪਣਾ ਜਿਹੜਾ ਮਨੁੱਖਾ ਜਨਮ ਹੈ ਵਿਸ਼ਿਆਂ ਵਿਕਾਰਾਂ ਦੇ ਜੂਏ ਅੰਦਰ ਇਸ ਦੀ ਬਾਜੀ ਨੂੰ ਉਹ ਹਾਰ ਜਾਂਦਾ, ਕਿਉਂਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਸਵਾਸ ਬੜੇ ਬੇਕੀਮਤੇ ਸਨ। ਇਹ ਵਿਸ਼ੇ ਵਿਕਾਰਾਂ ਰੂਪੀ ਜੂਏ ਦੇ ਵਿੱਚ ਏਡੀ ਮਹਾਨ ਪੂੰਜੀ ਨੂੰ ਉਹ ਹਾਰ ਗਿਆ। ਅੰਤਰ ਲੋਭ ਮਹਾ ਗੁਬਾਰਾ, ਉਸ ਦੇ ਅੰਦਰ ਪਦਾਰਥਾਂ ਦਾ ਲੋਭ ਲਾਲਚ ਹੈ, ਕਿਉਂਕਿ ਮਹਾਨ ਘੁੱਪ ਹਨੇਰਾ ਅੰਦਰ ਛਾਇਆ ਹੋਇਆ ਗਿਆਨਤਾ ਦਾ ਸੰਸਾਰ ਨੂੰ ਸੱਚਾ ਮੰਨ ਬੈਠਾ। ਫਿਰ ਆਵਣ ਜਾਵਣਿਆ, ਐਸਾ ਜੋ ਵਿਅਕਤੀ ਹੈ ਮਨਮੁਖ, ਉਹ ਫਿਰ ਦੁਬਾਰਾ ਪੁਨः ਆਉਣ ਜਾਣ ਦੇ ਚੱਕਰ ਵਿੱਚ ਹੀ ਪਿਆ ਰਹਿੰਦਾ ਹੈ। ਆਪੇ ਕਰਤਾ ਦੇ ਵਡਿਆਈ, ਆਪ ਹੀ ਕਰਤਾ ਅਕਾਲ ਪੁਰਖ ਜਿਸ ਤੇ ਤੁਠੇ ਵਡਿਆਈ ਬਖਸ਼ੇ, ਉਸ ਨੂੰ ਪ੍ਰਾਪਤ ਹੁੰਦੀ ਹੈ। ਜਿਨ ਕੋ ਆਪ ਲਿਖਤ ਧੁਰ ਪਾਈ, ਜਿਨ੍ਹਾਂ ਦੇ ਮਸਤਕ ਤੇ ਆਪ ਪਰਮਾਤਮਾ ਨੇ ਧੁਰੋਂ ਹੀ ਮੁੱਢ ਤੋਂ ਹੀ ਲਿਖਤ ਪਾਈ ਹੋਈ ਹੈ, ਲੇਖ ਲਿਖਿਆ ਹੋਇਆ। ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀ। ਨਾਨਕ ਨਾਮ ਮਿਲੈ ਭਉ ਭੰਜਨ,
ਗੁਰ ਸਬਦੀ ਸੁਖ ਪਾਵਣਿਆ। ਸਤਿਗੁਰੂ ਰਾਮਦਾਸ ਮਹਾਰਾਜ ਅਸ਼ਟਪਦੀ ਸੰਪੂਰਨ ਕਰ ਰਹੇ ਨੇ ਕਿ ਭਾਈ ਜਿਸ ਨੂੰ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ, ਭਉ ਭੰਜਨ ਸਾਰੇ ਡਰਾਂ ਨੂੰ ਨਾਸ ਕਰਨ ਵਾਲਾ, ਗੁਰ ਸਬਦੀ ਸੁਖ ਪਾਵਣਿਆ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਕੀ ਬਾਣੀ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ, ਗੁਰੂ ਵੱਲੋਂ ਮਿਲੇ ਹੋਏ ਗੁਰਮੰਤਰ ਰੂਪੀ ਸ਼ਬਦ ਰਾਹੀਂ ਉਹ ਆਤਮਿਕ ਸੁਖ ਪਾਉਣ ਵਾਲੇ ਬਣ ਗਏ ਹਨ। ਮਾਝ ਮਹੱਲਾ ਪੰਜਵਾ ਘਰ ਪਹਿਲਾ। ਅਗਲੀ ਅਸ਼ਟਪਦੀ ਧੰਨ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਤੇ ਇਸ ਰਾਗ ਦੇ ਪਹਿਲੇ ਘਰ ਸੁਰਤਾਲ ਅੰਦਰ ਹਜੂਰ ਇਹ ਅਸ਼ਟਪਦੀ ਉਚਾਰਨ ਕਰ ਰਿਹਾ। ਅੰਤਰ ਅਲਖ ਨਾ ਜਾਈ ਲਖਿਆ। ਸਾਡੇ ਸਾਰੇ ਜੀਆਂ ਦੇ ਅੰਦਰ ਅਲਖ ਪ੍ਰਮਾਤਮਾ ਦੀ ਜੋਤ ਹੈ, ਅਲਖ ਜੋ ਲਖਿਆ ਨਹੀਂ ਜਾਂਦਾ। ਅੰਤਰ ਅਲਖ ਅਦ੍ਰਿਸ਼ਟ ਹੈ ਪ੍ਰਮਾਤਮਾ, ਜਿਸ ਨੂੰ ਮੁਕੰਮਲ ਤੌਰ 'ਤੇ ਕੋਈ ਨਹੀਂ ਜਾਣ ਸਕਦਾ, ਕਿੱਡਾ ਕੁ ਵੱਡਾ। ਨਾ ਜਾਈ ਲਖਿਆ, ਨਹੀਂ ਲਖਿਆ ਜਾਂਦਾ, ਨਹੀਂ ਪੂਰਨ ਤੌਰ 'ਤੇ ਵੇਖਿਆ ਜਾਂਦਾ। ਨਾਮ ਰਤਨ ਲੈ ਗੁੱਝਾ ਰੱਖਿਆ। ਇਸ ਜੀਵ ਦੇ ਅੰਦਰ ਹੀ ਪ੍ਰਮਾਤਮਾ ਨੇ ਆਪਣਾ ਨਾਮ ਰੂਪੀ ਰਤਨ ਲੈ ਕੇ ਗੁੱਝਾ ਰੱਖਿਆ, ਭਾਵ ਟਿਕਾਇਆ ਹੋਇਆ, ਗੁਪਤ ਰੱਖਿਆ ਹੋਇਆ। ਅਗਮ ਗੋਚਰ ਸਭ ਤੇ ਉੱਚਾ, ਉਹ ਮਨ ਦੀ ਪਹੁੰਚ ਤੋਂ ਪਰੇ, ਇੰਦਰੀਆਂ ਦਾ ਵਿਸ਼ਾ ਨਹੀਂ, ਇੰਦਰੀਆਂ ਦੇ ਵਿਸ਼ੇ ਤੋਂ ਪਰੇ, ਇੰਦਰੀਆਂ ਦੀ ਪਹੁੰਚ ਤੋਂ ਪਰੇ, ਸਭ ਤੋਂ ਉੱਚਾ ਗੁਰ ਕੈ ਸ਼ਬਦ ਲਿਖਾਵਣਿਆ। ਗੁਰੂ ਦੇ ਸ਼ਬਦ ਰਾਹੀਂ ਹੀ ਉਸ ਨੂੰ ਲਿਖਿਆ ਜਾਂਦਾ ਹੈ, ਜਾਣਿਆ ਜਾਂਦਾ ਹੈ। ਹਉ ਵਾਰੀ ਜੀਓ ਵਾਰੀ, ਮੈਂ ਸਦਕੇ ਆਪਣੀ ਜਿੰਦ ਕੁਰਬਾਨ ਕਰ ਦਿਆਂ ਕਿਹਦੇ ਤੋਂ ਜੀ, ਕਲਮਹਿ ਨਾਮ ਸੁਣਾਵਣਿਆ। ਇਹ ਜਿਹੜਾ ਕਲਯੁਗ ਦਾ ਸਮਾਂ ਇਸ ਵੇਲੇ ਚੱਲ ਰਿਹਾ, ਇਸ ਇਹੋ ਜਿਹੇ ਸਮੇਂ ਅੰਦਰ ਕਲ ਕਲ ਵਾਲੀ ਕਾਮ ਮਦ ਮਨੂਆ ਪੀਵਣ ਹਾਰ, ਜਦੋਂ ਇਹੋ ਜਿਹੇ ਹਾਲਾਤ ਹਨ, ਐਸੇ ਕਲਯੁਗ ਦੇ ਇਸ ਯੁੱਗ ਅੰਦਰ ਨਾਮ ਸੁਣਾਉਣ ਵਾਲੇ, ਜੋ ਵਾਹਿਗੁਰੂ ਜੋ ਨਾਮ ਸੁਣਾਵੇ ਸੋ ਮੇਰਾ ਭਾਈ ਮੀਤ, ਜੋ ਕਲਯੁਗ ਦੇ ਸਮੇਂ ਅੰਦਰ ਨਾਮ ਨੂੰ ਆਪ ਸੁਣਦਾ ਹੈ ਤੇ ਹੋਰਨਾਂ ਨੂੰ ਸੁਣਾਉਂਦਾ, ਉਹਨਾਂ ਤੋਂ ਬਲਿਹਾਰ ਸਦਕੇ। ਸੰਤ ਪਿਆਰੇ ਸੱਚਾ ਧਾਰੇ, ਜੋ ਵਾਹਿਗੁਰੂ ਦੇ ਪਿਆਰੇ ਸੰਤ ਨੇ, ਸੱਚੇ ਪ੍ਰਮਾਤਮਾ ਵੱਲੋਂ ਧਾਰੇ ਹੋਏ, ਧਾਰਨ ਕੀਤੇ, ਅਪਣਾਏ ਹੋਏ। ਵਡਭਾਗੀ ਦਰਸ਼ਨ ਪਾਵਣਿਆ, ਵੱਡਿਆਂ ਭਾਗਾਂ ਨਾਲ ਹੀ ਐਸੇ ਗੁਰਮੁਖਾਂ ਦੇ ਦਰਸ਼ਨ ਪਾਉਣ ਵਾਲੇ ਬਣੀਦਾ, ਦਰਸ਼ਨ ਪ੍ਰਾਪਤ ਹੁੰਦੇ ਨੇ। ਤੇ ਵਡਭਾਗੀ ਉਹ ਸੰਤ ਹਨ ਜੋ ਵਾਹਿਗੁਰੂ ਦਾ ਦਰਸ਼ਨ ਪ੍ਰਾਪਤ ਕਰਦੇ ਹਨ। ਰਹਾਓ ਸਾਧਕ ਸਿੱਧ ਜਿਸੈ ਕੋ ਫਿਰਦੇ, ਸਾਧਕ ਸਾਧਨਾ ਕਰਨ ਵਾਲੇ, ਸਿੱਧ ਪੁੱਗੇ ਹੋਏ, ਕਾਮਯਾਬ ਹੋਏ ਹੋਏ ਲੋਕ, ਜਿਸ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਤੁਰੇ ਫਿਰਦੇ ਵਿਚਰਦੇ ਨੇ। ਬ੍ਰਹਮੇ ਇੰਦਰ ਧਿਆਇਨ ਹਿਰਦੇ, ਬ੍ਰਹਮਾ ਵਰਗੇ, ਸੁਰਗ ਦੇ ਰਾਜੇ ਇੰਦਰ ਵਰਗੇ, ਜਿਸ ਪਰਮਾਤਮਾ ਦਾ ਹਿਰਦੇ 'ਚ ਧਿਆਨ ਧਰਦੇ ਨੇ। ਕੋੜ 33 ਸਾ ਖੋਜਹਿ ਤਾਂ ਕੋ, 33 ਕਰੋੜ ਦੇਵਤੇ ਵੀ ਜਿਸ ਨੂੰ ਖੋਜਦੇ ਫਿਰਦੇ ਨੇ। ਗੁਰਮਿਲ ਹਿਰਦਾ ਗਾਵਣਿਆ, ਐਸੇ ਗੁਰਮੁਖ ਪਿਆਰੇ ਹਨ ਜੋ ਗੁਰੂ ਨੂੰ ਮਿਲ ਕੇ ਐਸੇ ਪ੍ਰਮਾਤਮਾ ਨੂੰ ਹਿਰਦੇ ਤਲ ਤੋਂ ਗਾਉਣ ਵਾਲੇ ਨੇ। ਆਠ ਪਹਿਰ ਤੁਧ ਜਾਪੇ ਪਵਨਾ, ਹੇ ਵਾਹਿਗੁਰੂ ਅੱਠੇ ਪਹਿਰ ਜਿਹੜੀ ਪਵਨ ਹਵਾ ਹੈ ਇਹ ਵੀ ਤੇਰਾ ਹੀ ਜਾਪ ਕਰ ਰਹੀ ਹੈ, ਭਾਵ ਹਵਾ ਤੇਰੇ ਹੁਕਮ ਦੇ ਅੰਦਰ ਵਗ ਰਹੀ ਹੈ ਨਾ, ਇਹ ਤੈਨੂੰ ਜਪ ਰਹੀ ਹੈ। ਧਰਤੀ ਸੇਵਕ ਪਾਇਕ ਚਰਨਾ, ਜਿਹੜੀ ਧਰਤੀ ਹੈ ਇਹ ਵੀ ਸੇਵਕਾ ਬਣ ਕੇ ਤੇਰੇ ਚਰਨਾਂ ਦੀ ਸੇਵਾ ਕਰਨ ਵਾਲੀ ਟਹਿਲਣ ਬਣੀ ਹੋਈ ਹੈ। ਖਾਣੀ ਬਾਣੀ ਸਰਬ ਨਿਵਾਸੀ, ਚਾਰ ਖਾਣੀਆਂ ਦੇ ਜਿੰਨੇ ਵੀ ਜੀਵ ਨੇ, ਚਾਰ ਖਾਣੀਆਂ ਵਿੱਚ ਤੇ ਬਾਣੀਆਂ ਬਚਨ ਜਿਹੜੀਆਂ ਭਾਸ਼ਾਵਾਂ ਬੋਲੀਆਂ ਬੋਲਣ ਵਾਲੇ ਜਿੰਨੇ ਨੇ, ਸਾਰਿਆਂ ਦੇ ਵਿੱਚ ਤੁਸੀਂ ਨਿਵਾਸ ਰੱਖਦੇ ਹੋ। ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ, ਜਿਵੇਂ ਬਚਨ ਕਿਹਾ ਨਵੇਂ ਪਾਤਸ਼ਾਹ ਨੇ। ਸਾਰੀਆਂ ਚਾਰੇ ਖਾਣੀਆਂ ਅੰਡੇ ਜੇਰੇ ਜੁਤ ਪੁਜ ਸਿਹਤ ਜਿੰਨੇ ਵੀ ਜੀਵ ਨੇ, ਸਾਰੀਆਂ ਬਾਣੀਆਂ ਬੋਲਣ ਵਾਲੇ, ਇਹਨਾਂ ਸਭਨਾਂ ਦੇ ਵਿੱਚ ਹੀ ਤੁਹਾਡਾ ਨਿਵਾਸ ਹੈ। ਸਭਨਾ ਕੈ ਮਨ ਭਾਵਣਿਆ, ਔਰ ਸਭਨਾਂ ਦੇ ਮਨ ਨੂੰ ਭਾਵਣਿਆ ਚੰਗਾ ਲੱਗਣ ਵਾਲਾ ਹੈ ਤੂੰ। ਸਾਚਾ ਸਾਹਿਬ ਗੁਰਮੁਖ ਜਾਪੈ, ਸੱਚਾ ਹੈ ਸਾਹਿਬ ਅਕਾਲ ਪੁਰਖ ਪ੍ਰਮਾਤਮਾ, ਪਰ ਗੁਰੂ ਮੁਖ ਦੁਆਰਾ ਜਾਪੈ ਜਾਣਿਆ ਜਾਂਦਾ ਹੈ। ਪੂਰੇ ਗੁਰ ਕੈ ਸ਼ਬਦ ਸੰਜਾਪੈ, ਪੂਰਨ ਸਤਿਗੁਰੂ ਦੇ ਮੁਖ ਤੋਂ ਚਾਰੇ ਸ਼ਬਦ ਰਾਹੀਂ ਹੀ ਪ੍ਰਮਾਤਮਾ ਨੂੰ ਸੰਜਾਪੈ, ਸਿਆਣਿਆ ਭਾਵ ਪਛਾਣਿਆ ਜਾਂਦਾ ਹੈ। ਜਿਹੜਾ ਗਿਆਨ ਹੈ ਵਾਹਿਗੁਰੂ ਦਾ ਇੰਝ ਹੀ ਹੁੰਦਾ ਗੁਰੂ ਦੇ ਸ਼ਬਦ ਰਾਹੀਂ। ਜਿਨ ਪੀਆ ਸਈ ਤ੍ਰਿਪਤਾਸੇ, ਸੱਚੇ ਸੱਚ ਅਗਾਵਣਿਆ, ਜਿਨ੍ਹਾਂ ਨੇ ਐਸੇ ਵਾਹਿਗੁਰੂ ਦੇ ਨਾਮ ਰਸ ਨੂੰ ਪੀਤਾ ਹੈ ਉਹ ਤ੍ਰਿਪਤ ਹੋ ਗਏ, ਰੱਜ ਗਏ। ਸੱਚੇ ਸੱਚ ਅਗਾਵਣਿਆ, ਸੱਚ ਨਾਲ ਜੁੜੇ ਹੋਏ,
ਸੱਚ ਦੁਆਰਾ ਹੀ ਅਗਾ ਕੇ ਸਾਰੀਆਂ ਤ੍ਰਿਸ਼ਨਾ ਬੁਝਾ ਕੇ ਪੂਰਨ ਮੁਕੰਮਲ ਤੌਰ ਤੇ ਰੱਜ ਗਏ ਹਨ। ਤਿਸ ਘਰ ਸਹਿਜਾ ਸੋਈ ਸੁਹੇਲਾ, ਉਸ ਵਿਅਕਤੀ ਦੇ ਘਰ ਹਿਰਦੇ ਅੰਦਰ ਸਹਿਜ ਮਾਨਸਿਕ ਅਡੋਲਤਾ ਹੈ, ਉਹੀ ਸੁਹੇਲਾ ਸੁਖੀ ਹੈ। ਆਨੰਦ ਵਿਨੋਦ ਕਰੇ ਸਦ ਕੇਲਾ, ਉਹ ਆਨੰਦ ਵਾਲੇ ਵਿਨੋਦ ਕੌਤਕਾਂ ਨੂੰ ਕਰਦਾ, ਸਦਾ ਕੇਲਾ ਕਲੋਲਾਂ ਕਰਦਾ ਹੈ, ਕੇਲਾ ਖੇਲਾਂ ਖੇਡਦਾ ਹੈ ਵਾਹਿਗੁਰੂ ਨਾਲ, ਅਭੇਦਤਾ ਦਾ ਆਨੰਦ ਭਾਵ ਮਾਣਦਾ। ਸੋ ਧਨਵੰਤਾ ਸੋ ਵੱਡ ਸਾਹਾ, ਜੋ ਗੁਰ ਚਰਣੀ ਮਨ ਲਾਵਣਿਆ। ਉਹੀ ਵੱਡਾ ਧਨਾੜ ਹੈ, ਉਹੀ ਵੱਡਾ ਸ਼ਾਹੂਕਾਰ ਹੈ ਜੋ ਸਤਿਗੁਰੂ ਦੇ ਨਾਮ ਰੂਪ ਚਰਨਾਂ ਨਾਲ, ਸ਼ਬਦ ਰੂਪੀ ਚਰਨਾਂ ਨਾਲ ਆਪਣਾ ਮਨ ਲਾ ਲੈਂਦਾ ਹੈ। ਹੁਣ ਅਗਲੀਆਂ ਪੰਕਤੀਆਂ ਵਾਹਿਗੁਰੂ ਦੇ ਸਨਮੁਖ ਬਚਨ ਕਰ ਰਹੇ ਨੇ। ਪਹਿਲੋ ਦੇ ਤੈਂ ਰਿਜਕ ਸਮਾਹਾ, ਹੇ ਵਾਹਿਗੁਰੂ ਤੂੰ ਕਿੱਡਾ ਬੇਅੰਤ ਹੈ। ਜੇ ਤੂੰ ਰਚਨਾ ਰਚੀ ਹੈ ਤੇ ਇਸ ਰਚਨਾ ਨੂੰ ਆਪਣੀ ਗ੍ਰਿਫਤ ਵਿੱਚੋਂ ਪਰੇ ਨਹੀਂ ਕਰਤਾ, ਆਪਣੀ ਨਜ਼ਰ ਵਿੱਚੋਂ, ਆਪਣੀ ਸੰਭਾਲ ਵੱਲੋਂ ਪਰੇ ਨਹੀਂ ਕਰ ਦਿੱਤਾ। ਤੂੰ ਕਿੱਡਾ ਕਿਰਪਾਲੂ ਦਿਆਲੂ ਹੈ, ਕਿੱਡੀ ਵੱਡੀ ਸਮਰੱਥਾ ਤੇਰੇ ਪਾਸ ਹੈ ਵੀ ਜਿਨ੍ਹਾਂ ਜੀਆਂ ਨੂੰ ਤੂੰ ਪੈਦਾ ਕਰਦਾ। ਪਹਿਲੋ ਦੇ ਤੈਂ ਰਿਜਕ ਸਮਾਹਾ, ਪਹਿਲਾਂ ਤੂੰ ਰਿਜਕ ਅਪੜਾਉਣਾ ਹੈ। ਜੀਵ ਨੂੰ ਪੈਦਾ ਕਰਨ ਤੋਂ ਪਹਿਲਾਂ ਉਹਦਾ ਰੋਜ਼ੀਨਾ ਰਿਜਕ, ਉਹਦੀ ਖੁਰਾਕ ਤੂੰ ਪਹੁੰਚਾ ਦੇਣਾ। ਪਿੱਛੋਂ ਦੇ ਤਾਂ ਜੰਤੋ ਉਪਾਹਾ, ਉਸ ਤੋਂ ਬਾਅਦ ਵਾਹਿਗੁਰੂ ਜੀ ਤੁਸੀਂ ਜੰਤ ਨੂੰ ਉਪਾਹਾ ਪੈਦਾ ਕਰਦੇ ਹੋ। ਕਿਸੇ ਵੀ ਜੀਵ ਨੂੰ ਪੈਦਾ ਪਦੈਸ਼, ਉਹਦਾ ਜਨਮ ਬਾਅਦ 'ਚ ਹੁੰਦਾ ਹੈ, ਰਿਜਕ ਪਹਿਲਾਂ ਪਹੁੰਚਾ ਦਿੰਦੇ ਹੋ। ਕਿਵੇਂ ਜੀ? ਮਾਂ ਦੇ ਪੇਟ ਤੋਂ ਬੱਚਾ ਜਨਮ ਲੈਂਦਾ ਹੈ ਅਤੇ ਉਸ ਦੇ ਜਨਮ ਤੋਂ ਪਹਿਲਾਂ ਮਾਂ ਦੇ ਅਸਥਣਾ ਵਿੱਚ ਬੱਚੇ ਦੇ ਪੀਣ ਵਾਸਤੇ ਦੁੱਧ ਪੈਦਾ ਕਰਦਾ ਵਾਹਿਗੁਰੂ। ਇੱਕ ਵਿਦਵਾਨ ਨੇ ਬਚਨ ਲਿਖਿਆ ਹੈ, ਜਬ ਦਾਂਤ ਨਹੀਂ ਤਬ ਖੀਰ ਦਿਓ, ਅਬ ਦਾਂਤ ਦੀਏ ਕਿਆ ਆਨੰਦ ਹੈ। ਇਹ ਜੀਵ ਤੂੰ ਪਰਮਾਤਮਾ ਦੇ ਭਰੋਸਾ ਕਿਉਂ ਨਹੀਂ ਕਰਦਾ? ਜਦੋਂ ਤੂੰ ਜਨਮਿਆ ਸੀ ਤੇਰੇ ਮੂੰਹ ਵਿੱਚ ਦੰਦ ਹੈ ਨਹੀਂ ਸਨ, ਹੋਰ ਖੁਰਾਕ ਨਹੀਂ ਸੀ ਤੂੰ ਖਾ ਸਕਦਾ, ਅਤੇ ਉਦੋਂ ਤੇਰੇ ਵਾਸਤੇ ਖੀਰ ਦੁੱਧ ਪੈਦਾ ਕੀਤਾ ਸੀ। ਹੁਣ ਦੰਦ ਲਾ ਦਿੱਤੇ ਤੇਰੇ ਮੂੰਹ 'ਚ, ਤੇ ਕੀ ਅੰਨ ਖਾਣ ਨੂੰ ਨਹੀਂ ਦੇਗਾ ਵਾਹਿਗੁਰੂ? ਭਾਈ ਮਰਦਾਨਾ ਜੀ ਨੂੰ ਲੈ ਕੇ ਸਤਿਗੁਰੂ ਨਾਨਕ ਦੇਵ ਜੀ ਜਦੋਂ ਸੁਲਤਾਨਪੁਰ ਲੋਧੀ ਤੋਂ ਚੜ੍ਹਿਆ ਸੋਧਣ ਧਰਤ ਲੋਕਾਈ, ਜਦੋਂ ਚੱਲੇ ਸਨ ਤਾਂ ਉਸ ਵੇਲੇ ਭਾਈ ਮਰਦਾਨਾ ਜੀ ਨੇ ਕਿਹਾ ਸੀ, ਮਹਾਰਾਜ ਪਰਿਵਾਰ ਦੀ ਖਬਰਸਾਰ ਲੈ ਆਈਏ, ਉਹਨਾਂ ਵਾਸਤੇ ਕੋਈ ਪ੍ਰਬੰਧ ਕਰ ਜੀ ਰੋਟੀ ਪਾਣੀ ਦਾ, ਮਗਰੋਂ ਦਾ ਪਰਿਵਾਰ ਭੁੱਖਾ ਮਰ ਜਾਏਗਾ, ਮੈਨੂੰ ਤੁਸੀਂ ਨਾਲ ਲੈ ਚੱਲੇ ਹੋ ਅਤੇ ਪਰਿਵਾਰ ਦਾ ਗੁਜ਼ਾਰਾ ਕਿਵੇਂ? ਤਾਂ ਹਜ਼ੂਰ ਨੇ ਜੋ ਕਿਹਾ ਸੀ ਉਹ ਲਿਖਿਆ ਹੋਇਆ ਨਾਨਕ ਪ੍ਰਕਾਸ਼ ਵਿੱਚ ਕਿ ਸੁਨ ਮਰਦਾਨੇ ਲੇਤ ਹੈ ਸਭ ਕੀ ਸੁਧ ਕਰਤਾਰ, ਦੇਹ ਬਣੀ ਪਛਤਾਤ ਹੈ ਪੂਰਬ ਬਣਾ ਆਹਾਰ। ਹੇ ਭਾਈ ਮਰਦਾਨਾ ਜੀ, ਸਭਨਾਂ ਦੀ ਸੁਧ ਖਬਰ ਸਾਰ ਲੈਣ ਵਾਲਾ ਕਰਤਾਰ ਹੈ। ਦੇਹ ਸਰੀਰ ਬਾਅਦ ਵਿੱਚ ਬਣਦਾ ਹੈ ਅਤੇ ਇਹਦਾ ਆਹਾਰ ਭੋਜਨ ਪਹਿਲਾਂ ਹੀ ਪ੍ਰਮਾਤਮਾ ਨੇ ਤਿਆਰ ਕੀਤਾ ਹੁੰਦਾ। ਤੁਧ ਜੇਵੜ ਦਾਤਾ ਵਰ ਨਾ ਸੁਆਮੀ, ਹੇ ਵਾਹਿਗੁਰੂ ਆਪ ਜਿੱਡਾ ਵੱਡਾ ਦਾਤਾ ਹੇ ਸੁਆਮੀ ਜੀ ਹੋਰ ਕੋਈ ਨਹੀਂ ਹੈ। ਲਵੈ ਨਾ ਕੋਈ ਲਾਵਣਿਆ, ਲਵੈ ਲੱਗਣਾ, ਸਦਰਸ਼ ਬਰਾਬਰ ਹੋਣਾ, ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ। ਕੋਈ ਤੁਹਾਡੇ ਬਰਾਬਰ ਦਾ ਦਾਤਾ ਨਹੀਂ ਹੈ, ਕੋਈ ਵੀ ਨਹੀਂ ਤੁਹਾਡੇ ਮੁਕੰਮਲ ਬਰਾਬਰ ਕੋਈ ਪਹੁੰਚ ਸਕਦਾ। ਜਿਸ ਤੋਂ ਤੁੱਠਾ ਸੋ ਤੁਧ ਧਿਆਏ, ਜਿਸ ਦੇ ਉੱਪਰ ਤੁਸੀਂ ਤੁੱਠ ਪਏ, ਪ੍ਰਸੰਨ ਹੋਏ, ਬਖਸ਼ਿਸ਼ ਦੇ ਘਰ 'ਚ ਆਏ, ਇਹ ਵੱਡੀ ਦਾਤ ਤੁਸਾਂ ਬਖਸ਼ੀ, ਉਹ ਤੁਹਾਡਾ ਧਿਆਨ ਕਰਨ ਲੱਗ ਪਿਆ, ਭਾਵ ਤੁਹਾਡਾ ਸਿਮਰਨ ਕਰਨ ਲੱਗ ਪਿਆ। ਇਹ ਤੁਹਾਡੀ ਬਖਸ਼ਿਸ਼ ਦੀ, ਤੁਹਾਡੇ ਤੁੱਠ ਪੈਣ ਦੀ ਨਿਸ਼ਾਨੀ ਹੈ। ਸਾਧ ਜਨਾਂ ਕਾ ਮੰਤਰ ਕਮਾਏ, ਸਾਧੂ ਸਤਿਗੁਰੂ ਦਾ ਜਾਂ ਸਾਧ ਜਨ ਜਿਹੜੇ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਤੇਰੇ ਸੰਤ ਨੇ, ਉਹਨਾਂ ਦੇ ਮੰਤਰ ਉਪਦੇਸ਼ ਦੀ ਉਹ ਫਿਰ ਕਮਾਈ ਕਰਦਾ ਹੈ। ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਆ, ਆਪ ਤਰੈ ਸਗਲੇ ਕੁਲ ਤਾਰੇ। ਆਪ ਤਾਂ ਤਰਦਾ ਹੀ ਹੈ ਸੰਸਾਰ ਸਮੁੰਦਰ ਤੋਂ, ਉਹਨੇ ਆਪਣੀਆਂ ਸਾਰੀਆਂ ਕੁਲਾਂ ਵੀ ਤਾਰ ਲਈਆਂ। ਤਿਸ ਦਰਗਹ ਠਾਕ ਨਾ ਪਾਵਣਿਆ, ਉਸ ਨੂੰ ਤੇਰੀ ਦਰਗਾਹ ਵਿੱਚ ਕੋਈ ਰੋਕ ਨਹੀਂ ਪਾ ਸਕਦਾ। ਉਹਦਾ ਆਦਰ ਹੀ ਹੋਵੇਗਾ, ਉਹਨੂੰ ਕੋਈ ਤੇਰੇ ਚਰਨਾਂ 'ਚ ਪਹੁੰਚਣ ਤੋਂ ਰੋਕ ਨਹੀਂ ਸਕਦਾ। ਤੂੰ ਵੱਡਾ, ਤੂੰ ਉੱਚੋ ਉੱਚਾ ਹੈ ਵਾਹਿਗੁਰੂ, ਤੁਸੀਂ ਹੀ ਵੱਡੇ ਹੋ, ਤੁਸੀਂ ਉੱਚੇ ਤੋਂ ਉੱਚੇ ਹੋ ਵਾਹਿਗੁਰੂ ਜੀ। ਤੂੰ ਬੇਅੰਤ ਅਤ ਮੂਚੋ ਮੂਚਾ, ਤੁਸੀਂ ਬੇਅੰਤ ਹੋ, ਤੁਹਾਡਾ ਕੋਈ ਅੰਤ ਨਹੀਂ। ਅਤ ਵੱਡਿਆਂ ਤੋਂ ਵੱਡੇ ਹੋ, ਬਹੁਤ ਤੋਂ ਬਹੁਤ ਹੋ। ਹਉ ਕੁਰਬਾਨੀ ਤੇਰੇ ਵੰਝਾਂ, ਇਸ ਕਰਕੇ ਮੈਂ ਤੇਰੇ ਤੋਂ ਕੁਰਬਾਨ ਵੰਝਾਂ ਜਾਵਾਂ, ਤੇਰੇ ਤੋਂ ਬਲਿਹਾਰ ਜਾਵਾਂ, ਆਪਣਾ ਆਪ ਕੁਰਬਾਨ ਕਰ ਦਿਆਂ। ਨਾਨਕ ਦਾਸ ਦਸਾਵਣਿਆ, ਤੇਰੇ ਦਾਸਾਂ ਦਾ ਦਾਸ ਹਾਂ।
ਜਾਂ ਮੈਂ ਦਾਸ ਬਣ ਕੇ ਦਸਾਵਣਿਆਂ ਪੰਥ ਦਸਾਵਾ ਨਿਤ ਖੜੀ ਮੁੰਦ ਜੋਬਨ ਬਾਲੀ ਰਾਮ ਰਾਜ। ਦਸਾਵਾ ਮੈਨੇ ਪੁੱਛਣਾ, ਮੈਂ ਦਾਸ ਬਣ ਕੇ ਤੇ ਪੁੱਛਦਾ ਹਾਂ ਸੱਚੇ ਪਾਤਸ਼ਾਹ ਤੇਰੀ ਪ੍ਰਾਪਤੀ ਦੇ ਮਾਰਗ ਨੂੰ। ਮੈਂ ਦਾਸਾਂ ਦਾ ਦਾਸ ਬਣ ਕੇ ਦਸਾਵਾਂ ਤੇਰੇ ਦਾਸਾਂ ਨੂੰ ਪੁੱਛਾਂ ਸੱਚੇ ਪਾਤਸ਼ਾਹ ਕਿ ਤੇਰਾ ਸਰੂਪ ਕੀ ਹੈ, ਤੇ ਇਸ ਦੀ ਤੇਰੀ ਪ੍ਰਾਪਤੀ ਕਿਵੇਂ ਹੁੰਦੀ, ਤੇਰੇ ਨਾਲ ਭੇਦ ਕਿਵੇਂ ਹੋਇਆ ਜਾਂਦਾ। ਮੈਂ ਤੇਰੇ ਬਾਰੇ ਹੀ ਪੁੱਛਦਾ ਫਿਰਦਾ। ਇਉਂ ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਸ਼ਟਪਦੀ ਵਿੱਚ ਉਪਦੇਸ਼ ਬਖਸ਼ਿਆ। ਇਸ ਤਰ੍ਹਾਂ ਹੁਣ ਤੱਕ ਕੁੱਲ 35 ਅਸ਼ਟਪਦੀਆਂ ਹੋਈਆਂ ਹਨ। ਪਹਿਲੀ ਅਸ਼ਟਪਦੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰੀ ਹੋਈ ਹੈ, ਤੇ ਇੱਕ ਅਸ਼ਟਪਦੀ ਸ੍ਰੀ ਗੁਰੂ ਰਾਮਦਾਸ ਜੀ ਦੀ, ਤੇ ਬਾਕੀ 33 ਅਸ਼ਟਪਦੀਆਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਹਨ 32, ਤੇ ਇੱਕ ਅਸ਼ਟਪਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਪਾਂ ਹੁਣ ਵਿਚਾਰੀ ਆ। ਅੱਗੇ ਹੋਰ ਅਸ਼ਟਪਦੀਆਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਆਉਣਗੀਆਂ। ਇੱਥੋਂ ਤੱਕ ਗੁਰੂ ਮਹਾਰਾਜ ਦੇ ਪਾਵਨ ਸਰੂਪ ਦੇ 131 ਅੰਗ ਤੱਕ ਇਹ ਵਿਚਾਰ ਹੋਈ ਹੈ। ਭੁੱਲਾਂ ਚੁੱਕਾਂ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।